ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਪੰਜਾਬਨਾਮਾ ਦੇ ਸੰਪਾਦਕ ਤੇ ਸੀਨੀਅਰ ਪੱਤਰਕਾਰ ਗੁਰਮਿੰਦਰ ਸਿੰਘ ਸਮਦ ਮੌਜੂਦ ਨੇ। ਵੱਡੀਆਂ ਖਬਰਾਂ ਤੇ ਵੱਡੇ ਮੁੱਦਿਆਂ ਉੱਤੇ ਚਰਚਾ ਕਰਾਂਗੇ। ਸਵਾਗਤ ਹੈ ਤੁਹਾਡਾ ਸਮਦ ਸਾਹਿਬ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਧੰਨਵਾਦ। ਸਮਦ ਸਾਹਿਬ, ਅੱਜ ਸਾਕਾ ਨੀਲਾ ਤਾਰਾ ਦੀ ਬਰਸੀ ਆ। 84 ਤੋਂ ਲੈ ਕੇ 2022 ਤੱਕ ਹੁਣ ਤੱਕ ਸਰਕਾਰਾਂ ਸਿਰਫ ਇੱਕੋ ਕੰਮ ਕਰਦੀਆਂ ਆਈਆਂ ਕਿ ਸੁਰੱਖਿਆ ਨੂੰ ਵਧਾ ਦਿਓ। ਜਿੰਨਾ ਵਧਾਇਆ ਜਾਂਦਾ ਇਹਨਾਂ ਦਿਨਾਂ ਦੇ ਵਿੱਚ ਲੋਕਾਂ ਦੇ ਵਿੱਚ ਵੀ ਦਹਿਸ਼ਤ ਜੀ ਫੈਲੀ ਹੁੰਦੀ ਹੈ। ਕਦੇ ਕੋਈ ਬਾਹਰੋਂ ਗੁਰਪਤਵੰਤ ਪੰਨੂ ਵਰਗਾ ਕੋਈ ਨਾ ਕੋਈ ਸੁਨੇਹਾ ਭੇਜ ਦਿੰਦਾ। ਇਸ ਤਰ੍ਹਾਂ ਦੀਆਂ ਜਦੋਂ ਘਟਨਾਵਾਂ ਵਾਪਰਦੀਆਂ ਨੇ ਤਾਂ ਇਹਦੇ ਵਿੱਚ ਸਵਾਲ ਉੱਠਦਾ ਹੈ ਕਿ 84 ਤੋਂ ਬਾਅਦ ਸਿੱਖਾਂ ਨੇ ਕੀ ਸਬਕ ਲਿਆ ਤੇ ਸਿੱਖਾਂ ਨੂੰ ਸਿਆਸਤ ਦੇ ਵਿੱਚ ਕਿਸ ਤਰ੍ਹਾਂ ਭੂਮਿਕਾ ਜਿਹੜੀਆਂ ਉਹਨਾਂ ਦੀਆਂ ਪੰਥਕ ਧਿਰਾਂ ਨੇ ਨਿਭਾਈ ਉਹ ਕਿਸ ਤਰ੍ਹਾਂ ਦੀ ਰਹੀ। ਆਖਰੀ ਸਵਾਲ ਇਹਦੇ ਨਾਲ ਹੀ ਜੁੜਦਾ ਕਿ ਆਖਿਰਕਾਰ ਸਿੱਖਾਂ ਨੂੰ ਜੂਨ 1984 ਦੇ ਘੱਲੂਘਾਰੇ ਨੂੰ ਯਾਦ ਕਿਉਂ ਰੱਖਣਾ ਚਾਹੀਦਾ ਅੱਜ ਦੇ ਹਾਲਾਤ ਵਿੱਚ? ਜਵਾਬ ਦਈਏ ਤਾਂ ਅੱਜ ਦੇ ਹਾਲਾਤ ਸੁਖਵਿੰਦਰ ਬਹੁਤ ਅਣਸੁਖਾਵੇ ਨੇ। ਪਰ ਜਦੋਂ ਸਭ ਤੋਂ ਪਹਿਲਾਂ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਮੈਂ 84 ਦੇ ਸਾਰੇ ਹੀ ਸ਼ਹੀਦਾਂ ਨੂੰ ਨਤਮਸਤਕ ਹੁੰਨਿਆ। ਵਾਹਿਗੁਰੂ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ। ਤੇ ਬਾਕੀ ਇਹ ਜਿਹੜੀ ਕਹਾਣੀ ਹੈ 84 ਦੀ ਕਹਾਣੀ ਹੈ, ਉਹਨੂੰ ਅਸੀਂ 84 ਤੋਂ 22 ਤੱਕ ਨਹੀਂ ਦੇਖ ਸਕਦੇ। ਪਹਿਲੀ ਗੱਲ ਤਾਂ ਉਹ ਜਿਹੜਾ ਕੈਨਵਸ ਆ, ਜਿਹੜੀ ਉਹ ਤਵਾਰੀਖ ਲਿਖੀ ਗਈ, ਉਹ ਸੰਨ 46 ਵਿੱਚ ਹੀ ਲਿਖੀ ਜਾ ਚੁੱਕੀ ਸੀ। 47 ਤੋਂ 1 ਸਾਲ ਪਹਿਲਾਂ ਹੀ ਲਿਖੀ ਜਾ ਚੁੱਕੀ ਸੀ, ਜਦੋਂ ਇਹ ਫਰੇਬੀਆਂ ਕਾਂਗਰਸ ਦੇ ਨੇਤਾਵਾਂ ਨੇ ਸਿੱਖਾਂ ਦੇ ਨੇਤਾਵਾਂ ਨਾਲ ਕੀਤੀਆਂ ਤੇ ਸਿੱਖਾਂ ਦੇ ਵਿੱਚੋਂ ਗੱਦਾਰ ਛਾਂਟੇ ਗਏ ਤੇ ਉਹਨਾਂ ਨੂੰ ਬਾਦਸ਼ਾਹੀਆਂ ਦਿੱਤੀਆਂ। ਤੇ ਉਹ ਬੰਦਾ ਜਾ ਕੇ ਮੁੱਕਰ ਗਿਆ ਮਲਕਾ ਦੇ ਕੋਲੇ ਕਿ ਸਾਨੂੰ ਲੋੜ ਨਹੀਂ ਹੈਗੀ। ਜੋ ਵੀ ਹੋਇਆ ਕਹਾਣੀ, ਮਤਲਬ ਹੁਣ ਫਿਰ ਕਹਿਣਗੇ ਲੋਕ ਵੀ ਕੀ ਕਹਾਣੀ ਹੈ। ਕਹਾਣੀ ਗੱਲ ਮੁੱਕਦੀ ਇਹ ਆ ਕਿ ਮੁਸਲਮਾਨਾਂ ਨੂੰ ਉਹਨਾਂ ਦਾ ਮੁਲਕ ਮਿਲ ਗਿਆ, ਹਿੰਦੂ ਭਾਈਚਾਰੇ ਨੂੰ ਇਹਨਾਂ ਦਾ ਮੁਲਕ ਮਿਲ ਗਿਆ। ਜੇ ਕੋਈ ਰਹਿ ਗਿਆ ਉਹ ਸਿੱਖ ਭਾਈਚਾਰਾ ਰਹਿ ਗਿਆ ਤੇ ਸਿੱਖ ਭਾਈਚਾਰਾ ਹਿੰਦੂ ਭਾਈਚਾਰੇ ਦੇ ਉੱਪਰ ਇਸੇ ਆਸ ਤੇ ਰਹਿ ਗਿਆ ਕਿ ਆਪਣੇ ਘਰ ਦੇ ਵਿੱਚ ਰੱਖਣਗੇ ਤਾਂ ਇੱਕ ਵਧੀਆ ਪ੍ਰਾਹੁਣੇ ਵਾਂਗੂ ਰੱਖਣਗੇ, ਮਾਨ ਸਨਮਾਨ ਦੇ ਕੇ ਰੱਖਣਗੇ ਤੇ ਇੱਕ ਵਧੀਆ ਪ੍ਰਾਹੁਣੇ ਵਾਂਗੂ ਅਸੀਂ ਜਦੋਂ ਵੀ ਲੋੜ ਪਏਗੀ ਆਪਣੀ ਜਾਨ ਤਲੀ ਤੇ ਰੱਖ ਕੇ ਅੱਗੇ ਆ ਕੇ ਕੁਰਬਾਨੀਆਂ ਕਰਾਂਗੇ। ਸਿੱਖਾਂ ਨੇ ਹਰ ਤਰ੍ਹਾਂ ਦੀਆਂ ਕੁਰਬਾਨੀਆਂ ਕੀਤੀਆਂ, ਇਸ ਮੁਲਕ ਨੂੰ ਪੂਰੇ ਤਰ੍ਹਾਂ ਨਾਲ ਅਪਣਾ ਲਿਆ। ਇਸ ਮੁਲਕ ਦੀ ਫੌਜ ਦੇ ਵਿੱਚ ਪੂਰੀ ਇਮਾਨਦਾਰੀ ਨਾਲ ਸ਼ਹਾਦਤਾਂ ਦਿੱਤੀਆਂ। ਪਰ ਇਹ ਮੁਲਕ ਨੇ ਫੇਰ ਵੀ ਜਿਹੜੀ ਸਿੱਖਾਂ ਦੇ ਪ੍ਰਤੀ ਅੱਖ ਸੀ, ਇਸ ਮੁਲਕ ਦੀ ਲੀਡਰਸ਼ਿਪ ਨੇ ਉਹ ਹਮੇਸ਼ਾ ਟੇਢੀ ਰੱਖੀ। ਤੁਹਾਡੇ ਯਾਦ ਹੋਊ ਸਰਦਾਰ ਕਪੂਰ ਸਿੰਘ ਆਪਣੀ ਕਿਤਾਬ ਦੇ ਵਿੱਚ ਲਿਖਦੇ ਨੇ ਕਿ ਕਾਂਗਰਸ ਦੇ ਵੱਡੇ ਨੇਤਾ ਸਿੱਖਾਂ ਨੂੰ ਜਰਾਇਮ ਪੇਸ਼ਾ ਕੌਮ ਦੱਸਦੇ ਨੇ, ਔਰ ਉਹ ਆਈਡੀਓਲੋਜੀ ਅੱਜ ਵੀ ਉਵੇਂ ਚੱਲੀ ਆ ਰਹੀ ਹੈ। ਮਾਸਟਰ ਤਾਰਾ ਸਿੰਘ ਨੂੰ 1948 ਵਿੱਚ ਹੀ ਗ੍ਰਿਫਤਾਰ ਕਰ ਲਿਆ ਸੀ, ਔਰ ਹਾਲਾਂਕਿ ਉਦੋਂ ਕਨਸਟੀਟਿਊਸ਼ਨ ਹਾਲੇ ਲਾਗੂ ਨਹੀਂ ਸੀ ਹੋਇਆ, ਉਹ 1952 ਵਿੱਚ ਜਾ ਕੇ ਲਾਗੂ ਹੁੰਦਾ। ਆਖੇ ਇਹ ਲੜਾਈ ਜਾਂ ਲੋਕਾਂ ਨੂੰ ਭੜਕਾਉਣ ਦਾ ਕੰਮ ਕਰ ਰਿਹਾ, ਜਦੋਂ ਕਿ ਉਹ ਇੰਨਾ ਵੱਡਾ ਲੀਡਰ ਸੀ ਕਿ ਉਹ ਮਲਕਾ ਦੇ ਨਾਲ ਗੋਲਮੇਜ ਕਾਨਫਰੰਸ ਦੇ ਉੱਪਰ ਸ਼ਾਮਿਲ ਹੋਏ ਸਨ ਕਿ ਉਹ ਆਪਣਾ ਹਿੱਸਾ ਲੈ ਸਕਣ ਇੱਥੋਂ ਤੱਕ। ਔਰ ਨਹਿਰੂ ਹੋਣਾ ਨੇ ਹੀ ਮਾਸਟਰ ਤਾਰਾ ਸਿੰਘ ਨੂੰ ਜਾਂ ਹੋਰ ਵੱਡੇ ਸਿੱਖ ਲੀਡਰਾਂ ਨੂੰ ਭਰੋਸੇ ਵਿੱਚ ਲੈ ਕੇ ਹਿੰਦੁਸਤਾਨ ਵਾਲੇ ਪਾਸੇ 'ਚ ਰੱਖਿਆ ਸੀ। ਇਹ ਹਾਲਾਤ ਨੇ ਕਿ ਦੇਖੋ ਮੁਲਕ ਬਣਦੇ ਹੀ ਜਿਹੜੇ ਨੇਤਾਵਾਂ ਦੇ ਚਿਹਰੇ ਸੀ, ਅੱਖ ਕਹਿੰਦੇ ਨੇ ਅੱਖ ਫੇਰ ਲਈ, ਅੱਖਾਂ ਫਿਰ ਗਈਆਂ ਸੀਗੀਆਂ। ਇਸੇ ਕਰਕੇ ਤਾਂ ਦੇਖੋ 1954 ਵਿੱਚ ਸਾਰੇ ਹੀ ਸੂਬਿਆਂ ਨੂੰ ਭਾਸ਼ਾ ਦੇ ਆਧਾਰ ਦੇ ਉੱਤੇ ਉਹਨਾਂ ਦੀ ਵੰਡ ਹੋ ਗਈ, ਪਰ ਪੰਜਾਬੀਆਂ ਨੂੰ ਆਪਣਾ ਸੂਬਾ ਭਾਸ਼ਾ ਦੇ ਆਧਾਰ ਦੇ ਉੱਪਰ ਜਾ ਕੇ ਪੰਜਾਬੀ ਸੂਬਾ ਮੋਰਚਾ ਲਾ ਕੇ ਮਿਲਿਆ। ਉਹ ਫਿਰ ਸੂਬਾ ਮੋਰਚਾ ਅਕਾਲੀਆਂ ਦੀ ਤੂਤੀ ਬੋਲਣ ਲੱਗ ਗਈ। ਅਕਾਲੀਆਂ ਦੀ ਤੂਤੀ ਬੋਲਣ ਦੇ ਲਈ ਗਿਆਨੀ ਜ਼ੈਲ ਸਿੰਘ, ਬੂਟਾ ਸਿੰਘ, ਦਰਬਾਰਾ ਸਿੰਘ ਨੇ ਆਪਣੀ ਸਰਦਾਰੀ ਚਲਾਉਣ ਲਈ, ਮਤਲਬ ਕਿ ਜਿਸ ਤਰੀਕੇ ਨਾਲ ਸੰਤਾਂ ਨੂੰ ਕੈਨਵਸ ਤੇ ਲਿਆਂਦਾ ਔਰ ਸਾਰਾ ਕੁਝ ਹੋਇਆ, ਲੇਕਿਨ ਸੰਤਾਂ ਨੇ ਡਟੇ ਰਹਿਣ ਦਾ ਅਹਿਦ ਲਿਆ ਕਿ ਨਹੀਂ, ਮੈਂ ਸਿੱਖ ਪੰਥ ਦੇ ਨਾਲ ਹੈਗਾ। ਲੇਕਿਨ ਇੱਕ ਖਾਸ ਗੱਲ ਬੜੀ ਸੋਹਣੀ ਮੈਂ ਇੱਥੇ ਸੁਖਵਿੰਦਰ ਕਹੂੰਗਾ ਕਿ ਭਾਰਤੀ ਫੌਜ ਉੱਪਰ ਚੜ ਕੇ ਆ ਗਈ। 2 ਤਰੀਕ ਤੋਂ ਹਮਲੇ ਵੀ ਸ਼ੁਰੂ ਹੋ ਗਏ ਸੀ, 6 ਤਰੀਕ ਤੱਕ ਸਭ ਕੁਝ ਖਤਮ ਕਰ ਦਿੱਤਾ ਸੀ, ਪਰ ਫਿਰ ਵੀ ਸੰਤਾਂ ਨੇ ਖਾਲਿਸਤਾਨ ਦਾ ਐਲਾਨ ਨਹੀਂ ਕੀਤਾ। ਇਹ ਕਹਿ ਦਿੰਦੇ ਨੇ ਕਿ ਸਿੱਖ ਖਾਲਿਸਤਾਨ ਮੰਨਦੇ, ਸਿੱਖ ਨਾ ਤਾਂ ਸੰਤ ਭਿੰਡਰਾਂ ਵਾਲਿਆਂ ਨੇ ਖਾਲਿਸਤਾਨ ਮੰਗਿਆ ਸੀ, ਨਾ ਹੀ ਉਦੋਂ ਬਾਅਦ, ਮਤਲਬ ਇਹ ਗੱਲ ਹੈ ਹੀ ਨਹੀਂ ਸੀ।
ਪਰ ਸਰਕਾਰ ਨੇ ਆਪਣੇ ਮੁਫਾਦ ਪੂਰੇ ਕਰਨ ਲਈ, ਤੁਸੀਂ ਇਹ ਦੇਖੋ ਕਿ ਨਵੰਬਰ ਵਿੱਚ ਲੋਕ ਸਭਾ ਚੋਣਾਂ ਸੀਗੀਆਂ 1984 ਦੀਆਂ, ਉਹ ਕਿਸ ਪੱਧਰ ਦੇ, ਸੌਰੀ ਮੈਂ ਤਰੀਕ ਸ਼ਾਇਦ ਨਹੀਂ ਜਾਣਦੇ, ਉਸ ਵੇਲੇ 84 ਦੇ ਵਿੱਚ ਲੋਕ ਸਭਾ ਚੋਣਾਂ ਪੈਂਡਿੰਗ ਸੀਗੀਆਂ, ਮੈਂ ਆਪਣੀ ਸਟੇਟਮੈਂਟ ਨੂੰ ਦਰੁਸਤ ਕਰਕੇ ਆਖਦਾ। ਔਰ ਉਹ ਹਾਲਾਤ ਕੀ ਹੋਏ ਕਿ ਇੱਕ ਮਾਈਨੋਰਿਟੀ ਨੂੰ ਖਤਮ ਕਰਕੇ, ਉਹਨੂੰ ਦੇਸ਼ ਦਾ ਵਿਰੋਧੀ ਦੱਸ ਕੇ, ਗੱਦਾਰ ਦੱਸ ਕੇ, ਆਮ ਲੋਕਾਂ ਵਿੱਚ ਨਫ਼ਰਤ ਭਰ ਕੇ, ਆਪਸੀ ਭਾਈਚਾਰਾ ਖਤਮ ਕਰਕੇ, ਹਿੰਦੂ ਸਿੱਖ ਦੇ ਵਿੱਚ ਨਫ਼ਰਤ ਪੈਦਾ ਕਰਕੇ, ਇਹਨਾਂ ਨੇ ਪੂਰੇ ਹਿੰਦੁਸਤਾਨ ਦੇ ਵਿੱਚ ਆਪਣੀ ਲੋਕ ਸਭਾ ਦੇ ਵਿੱਚ ਸਭ ਤੋਂ ਵੱਡੀ ਜਿੱਤ ਯਕੀਨੀ ਬਣਾਈ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਔਰ ਬਿਲਕੁਲ ਉਸੇ ਹੀ ਮੋਡਸ ਦੇ ਉੱਤੇ, ਉਸੇ ਹੀ ਫਾਰਮੂਲੇ ਦੇ ਉੱਪਰ ਬਿਲਕੁਲ ਭਾਜਪਾ ਨੇ ਰਾਮ ਮੰਦਿਰ ਦਾ ਅਕਸ ਬਣਾ ਕੇ ਬਿਲਕੁਲ ਇੱਕ ਮੁਸਲਮਾਨ ਤੇ ਹਿੰਦੂ ਭਾਈਚਾਰੇ ਵਿੱਚ ਨਫ਼ਰਤ ਪੈਦਾ ਕਰਕੇ ਉਸੇ ਪੱਧਰ ਦੇ ਉੱਪਰ ਹੀ ਲੋਕ ਸਭਾ ਦੇ ਵਿੱਚ ਸਭ ਤੋਂ ਵੱਧ ਆਪਣੀ ਪੈਠ ਬਣਾਈ, ਸੀਟਾਂ ਬਣਾਈਆਂ ਕਿ ਜਦੋਂ ਵੀ ਹਿੰਦੁਸਤਾਨ ਵਿੱਚ ਇੱਕ ਪਾਰਟੀ ਵੱਡੀਆਂ ਜਿੱਤ ਪ੍ਰਾਪਤ ਕਰਦੀ ਹੈ, ਓਵਰਵੈਲਮ ਥੰਬਨੇਲ ਜਿਹੜੀ ਹੈਗੇ ਆਪਣੀ ਕੀ ਬੋਲਦੇ ਆ ਤੁਸੀਂ, ਜਿੱਤ ਪ੍ਰਾਪਤ ਕਰਦੀ ਹੈ, ਤਾਂ ਉਹ ਇੱਕ ਮਾਈਨੋਰਿਟੀ ਦੀਆਂ ਲਾਸ਼ਾਂ ਦੇ ਉੱਪਰ ਖੜੇ ਕਰਕੇ ਮਿਲਦੀ ਹੈ। 2014 2019 ਵਿੱਚ ਮਿਲ ਗਿਆ। ਹੁਣ ਇਹਨਾਂ ਨੂੰ ਦਿਖ ਰਿਹਾ ਕਿ ਅਗਲੀ ਵਾਰ ਮੰਦਰ ਦਾ ਕਾਰਡ ਨਹੀਂ ਚੱਲਣਾ, ਅਗਲੀ ਵਾਰ GST ਦਾ ਕਾਰਡ ਨਹੀਂ ਚੱਲਣਾ, ਅਗਲੀ ਵਾਰ ਡੀਮੋਨੇਟਾਈਜੇਸ਼ਨ ਦਾ ਕਾਰਡ ਨਹੀਂ ਚੱਲਣਾ, ਅਗਲੀ ਵਾਰ ਤਾਂ ਹੁਣ ਤੁਸੀਂ ਇਹ ਦੇਖੋ ਕਿ ਕਰੋਨੇ ਵਾਲਾ ਵੀ ਖਾਊਗਾ ਕਿ ਉਹ 2 ਸਾਲ ਕਰੋਨੇ ਦੇ ਵਿੱਚ ਕਿਵੇਂ ਲੁੱਟਿਆ ਕੇਂਦਰ ਸਰਕਾਰ ਨੇ ਪੂਰੇ ਦੇ ਪੂਰੇ ਮੁਲਕ ਨੂੰ। ਇਸ ਕਰਕੇ ਇਹਨਾਂ ਦੇ ਲਈ ਸਭ ਤੋਂ ਵੱਡਾ ਜਿਹੜਾ ਤਾਕਤਵਰ ਹਥਿਆਰ ਰਹਿੰਦਾ ਹਮੇਸ਼ਾ, ਉਹ ਪਾਕਿਸਤਾਨ ਨਾਲ ਲੜਾਈ ਲੜਨੀ ਹੈ। ਪਰ ਜੇਕਰ ਪਾਕਿਸਤਾਨ ਨਾਲ ਸਿੱਧੀ ਲੜਾਈ ਲੜਦੇ ਆ ਤਾਂ ਉਹਦੇ ਵਿੱਚ ਮੁਲਕ ਦੀ ਆਰਥਿਕ ਨੁਕਸਾਨ ਬਹੁਤ ਆ। ਤੇ ਇਹਨਾਂ ਕੋਲ ਇੱਕ ਹੋਰ ਬੜਾ ਵੱਡਾ ਪਹਿਲੂ ਹੁੰਦਾ ਕਿ ਪ੍ਰੋਕਸੀ ਵਾਰ ਕਰ ਲਓ। ਪ੍ਰੋਕਸੀ ਵਾਰ ਦੇ ਲਈ ਕੀ ਹੋਏਗਾ ਕਿ ਪੰਜਾਬ ਦੇ ਜਿਹੜੇ ਸਿੱਖ ਨੇ, ਪੰਜਾਬ ਦੀ ਜਿਹੜੀ ਨੌਜਵਾਨੀ ਆ, ਉਹ ਖਾਲਿਸਤਾਨ ਦੀ ਮੰਗ ਕਰ ਰਹੀ ਹੈ, ਖਾਲਿਸਤਾਨੀ ਉੱਠ ਰਹੇ ਨੇ। ਦੇਖੋ ਕੱਲੀ BSF ਨੂੰ ਪਿਛਲੇ 6 ਮਹੀਨੇ ਤੋਂ ਡਰੋਨ ਲੱਭ ਰਹੇ ਨੇ, ਸਿਰਫ BSF ਨੂੰ। ਰਾਸ਼ਟਰੀ ਅਖਬਾਰਾਂ ਦੇ ਵਿੱਚ ਉਹ ਡਰੋਨ ਮਿਲਣ ਦੀਆਂ ਚਰਚਾਵਾਂ ਇਸ ਪੱਧਰ ਦੇ ਉੱਪਰ ਕਰਾਤੀਆਂ। ਹਰ ਰਾਸ਼ਟਰੀ ਨੇਤਾ ਬੋਲ ਰਿਹਾ ਕਿ ਜੀ ਡਰੋਨ ਮਿਲ ਰਹੇ ਨੇ, ਹਾਲਾਤ ਖਰਾਬ ਨੇ। ਤੁਸੀਂ ਜੇ ਚੱਕ ਕੇ ਦੇਖੋਗੇ ਨਾ 1947 ਤੋਂ ਲੈ ਕੇ 1984 ਤੱਕ ਦਾ ਸਫ਼ਰ, ਜੇ ਉਹਦੇ ਵਿੱਚ ਭਾਰਤੀ ਫੌਜ ਨੂੰ ਅਸੀਂ ਜ਼ਿੰਮੇਵਾਰ ਮੰਨਦੇ ਆ ਜਾਂ ਕੇਂਦਰੀ ਵਜ਼ਾਰਤ ਨੂੰ, ਇੰਦਰਾ ਗਾਂਧੀ ਨੂੰ ਜ਼ਿੰਮੇਵਾਰ ਮੰਨਦੇ ਆ, ਤਾਂ ਉਨੀ ਹੀ ਵੱਡੀ ਜ਼ਿੰਮੇਵਾਰੀ ਭਾਰਤੀ ਮੀਡੀਆ ਦੀ ਆ। ਆਹੀ ਜਿਹੜੇ ਹਿੰਦੁਸਤਾਨ ਟਾਈਮਜ਼ ਵਾਲੇ ਨੇ, ਟਾਈਮਜ਼ ਆਫ ਇੰਡੀਆ ਵਾਲੇ ਨੇ, ਇਹ ਵੱਡੇ ਵੱਡੇ ਅਖਬਾਰ ਪੰਜਾਬ ਦੇ ਪ੍ਰਤੀ ਐਸੀਆਂ ਖਬਰਾਂ ਪਿੱਚ ਕਰਦੇ ਸੀ ਜਿਨ੍ਹਾਂ ਨੂੰ ਅਸੀਂ ਟੇਬਲ ਨਿਊਜ਼ ਬੋਲਦੇ ਆ, ਕਿ ਲੋਕਾਂ ਵਿੱਚ ਭੜਕਾਹਟ ਪੈਦਾ ਹੋਵੇ। ਡਾਕਟਰ ਗਰਗ ਸਾਡੇ ਮੁਅੱਜ਼ਜ਼, ਮਤਲਬ ਇੱਕ ਤਾਰਾ ਨੇ, ਇੱਕ ਹੀਰਾ ਨੇ ਪੰਜਾਬ ਦਾ, ਉਹ ਕਹਿੰਦੇ ਮੈਂ 84 ਵਿੱਚ ਗੁਰਦਾਸਪੁਰ ਦੇ ਵਿੱਚ ਪੋਸਟਡ ਸੀ, ਮੈਨੂੰ ਤਾਂ ਕਦੇ ਕੋਈ ਪ੍ਰੋਬਲਮ ਨਹੀਂ ਲੱਗੀ ਕਿ ਪੰਜਾਬ ਦੇ ਵਿੱਚ ਅੱਗ ਲੱਗੀ ਆ, ਲੇਕਿਨ ਦਿੱਲੀ ਦੇ ਲੋਕ ਡਰੇ ਹੋਏ ਸੀ ਕਿ ਪੰਜਾਬ ਦੇ ਵਿੱਚ ਅੱਗ ਲੱਗੀ ਹੋਈ ਆ। ਹਾਲਾਤ ਇਹ ਸੀਗੇ। ਸੋ ਉਹ ਤੁਸੀਂ ਦੇਖੋ ਵੀ ਹਾਲਾਤ ਬਣਾਏ ਗਏ, ਉਹਦੇ ਵਿੱਚ ਮੀਡੀਆ ਦਾ ਬੜਾ ਵੱਡਾ ਯੋਗਦਾਨ ਰਿਹਾ, ਕਿਉਂਕਿ ਮੀਡੀਆ ਸਰਕਾਰੀ ਐਡ ਦੇ ਉੱਪਰ ਡਿੱਗ ਪੈਂਦਾ ਔਰ ਭਾਰਤੀ ਮੀਡੀਆ ਭਾਰਤੀ ਕਾਰੋਬਾਰੀ ਚਲਾ ਰਹੇ ਨੇ। ਇਹ ਅਮਰੀਕਾ ਵਾਂਗੂ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ, ਨਾਨ ਪ੍ਰੋਫਿਟ ਬਿਜ਼ਨਸ ਨਹੀਂ ਹੈਗਾ। ਇਹ ਬਿਜ਼ਨਸ ਕੀਤਾ ਹੀ ਨਾਨ ਪ੍ਰੋਫਿਟ ਲਈ ਜਾਂਦਾ ਹੈਗਾ। ਅਮਰੀਕਾ ਦੇ ਵਿੱਚ ਇਹ ਲਾਅ ਹੈਗਾ, ਲੇਕਿਨ ਸਾਡੇ ਲਈ ਤਾਂ ਪਿਓਰ ਬਿਜ਼ਨਸ ਹੈਗਾ। ਸੋ ਇੱਕ ਕਨਸੈਪਟ ਹੀ ਹੈ ਨਾ, ਮੀਡੀਆ ਨੂੰ ਇੱਕ ਦੁਕਾਨ ਬਣਾ ਕੇ ਰੱਖ ਦਿੱਤਾ। ਬਾਹਰਲੇ ਮੁਲਕਾਂ 'ਚ ਦੁਕਾਨ ਨਹੀਂ ਹੈਗੀ। ਸੋ ਇਸ ਦੁਕਾਨ ਨੂੰ ਚਲਾਉਣ ਲਈ, ਸਰਕਾਰ ਤੋਂ ਐਡ ਲੈਣ ਲਈ, ਇਸ ਮੀਡੀਆ ਨੇ ਸਭ ਤੋਂ ਵੱਡਾ ਜਿਹੜਾ ਗੰਦ ਪਾਇਆ, ਲੋਕਾਂ 'ਚ ਮਾਹੌਲ ਪੈਦਾ ਕੀਤਾ, ਜੋ ਅੰਤ ਨੂੰ ਜਾ ਕੇ 84 ਦਾ ਸਾਕਾ ਬਣਦਾ। ਔਰ ਜੇਕਰ ਇਸ ਨੂੰ ਸਿੱਖ ਭੁੱਲ ਜਾਣਗੇ ਕਿ 84 ਦੇ ਵੇਲੇ ਉਹਨਾਂ ਨਾਲ ਕੀ ਹੋਇਆ ਸੀ, ਤੇ ਫਿਰ ਕੋਈ ਵੱਡੀ ਗੱਲ ਨਹੀਂ ਕਿ ਸਿੱਖ ਆਪਣਾ ਇਤਿਹਾਸ ਵੀ ਭੁੱਲ ਜਾਏਗਾ ਕਿ ਪਹਿਲਾ ਘੱਲੂਘਾਰਾ ਉਦੋਂ ਹੋਇਆ ਸੀ ਜਦੋਂ ਬਾਬਾ ਆਲਾ ਸਿੰਘ ਨੇ ਉਹਨਾਂ ਨਾਲ ਸਮਝੌਤਾ ਕੀਤਾ ਸੀ, ਮਰਵਾਤੇ ਸੀ, ਕੁੱਪ ਹੀੜੇ ਕੋਲੇ ਹੋਇਆ ਸੀ ਦੂਜਾ ਘੱਲੂਘਾਰਾ। ਸੋ ਇਹ ਚੀਜ਼ਾਂ ਫਿਰ ਤਾਂ ਸਾਰਾ ਇਤਿਹਾਸ ਭੁੱਲ ਜਾਓ, ਫਿਰ ਤਾਂ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਵੀ ਭੁੱਲ ਜਾਓ, ਫਿਰ ਤਾਂ ਬਾਬਾ ਦੀਪ ਸਿੰਘ ਦੀ ਸ਼ਹਾਦਤ ਵੀ ਭੁੱਲ ਜਾਓ। ਫਿਰ ਤਾਂ ਗੱਲਾਂ ਰਹਿ ਜਾਣਗੀਆਂ। ਜੇ ਇਹ ਬਲੂ ਸਟਾਰ ਆਪਰੇਸ਼ਨ ਨੂੰ ਜੇਕਰ ਪ੍ਰੋਪਰਲੀ ਤੁਸੀਂ ਯਾਦ ਰੱਖਣਾ, ਬਾਹਰ ਵਿਲਾਇਤਾਂ ਵਿੱਚ ਇਹ ਇੱਕ ਆਪਣਾ ਲੋਕਾਂ ਦੀ ਯਾਦ ਇਸ ਲੈਵਲ ਦੀ ਆ ਕਿ ਉਹ ਗੱਡੀਆਂ ਦੇ ਨੰਬਰ ਪਲੇਟਾਂ ਤੱਕ 1984 ਨੂੰ ਨਾਲ ਲੈ ਕੇ ਲੈਂਦੇ ਨੇ, ਉਹ ਭੁੱਲ ਨਹੀਂ ਸਕਦੇ। ਪਰ ਜੋ ਸਿੱਖਾਂ ਨਾਲ ਕੇਂਦਰ ਦੀ ਸਰਕਾਰ ਨੇ ਕੀਤੀ ਸੀ,
ਉਹ ਇਸ ਵੇਲੇ ਦੁਬਾਰੇ ਹੋਣ ਜਾ ਰਿਹਾ। ਜੇਕਰ ਤੁਸੀਂ ਹੁਣ ਵੀ ਉਹਦੇ ਤੇ ਗੌਰ ਫਰਮਾਓ, ਸਿੱਧੂ ਮੂਸੇਵਾਲੇ ਦਾ ਕਤਲ ਹੁੰਦਾ, ਇਸ ਤੋਂ ਪਹਿਲਾਂ ਅੰਬੀਆਂ ਦਾ ਕਤਲ ਹੁੰਦਾ, ਇਸ ਤੋਂ ਪਹਿਲਾਂ ਕਿੰਨੀ ਵੱਡੀ ਖਿੱਪਾਂ ਫੜੀਆਂ ਜਾ ਰਹੀਆਂ ਨੇ। 2-3 ਮਹੀਨੇ ਚੋਣਾਂ ਦੇ ਵਿੱਚ 2-3 ਮਹੀਨੇ ਵਿੱਚ ਤਾਂ ਇਲੈਕਸ਼ਨ ਕਮਿਸ਼ਨ ਨੇ ਹਾਈ ਕੋਰਟ ਨੂੰ ਦੱਸਤਾ ਸੀ ਆਪਣੀ ਰਿਪੋਰਟ ਵਿੱਚ ਵੀ 1100 ਕਰੋੜ ਦਾ ਨਸ਼ਾ ਪੰਜਾਬ ਦੇ ਵਿੱਚ ਫੜਿਆ, ਪਰ ਉਹ ਸਾਨੂੰ ਨਹੀਂ ਦੱਸਿਆ ਗਿਆ ਕਿ ਕਿਹੜੀ ਪਾਰਟੀ ਵੱਲੋਂ ਫੜਿਆ ਗਿਆ ਜਾਂ ਕਿੱਥੋਂ ਫੜਿਆ ਗਿਆ। ਇੱਕ ਟੋਟੈਲਿਟੀ ਦੇ ਵਿੱਚ ਆ ਗਿਆ। ਸੋ ਜਦੋਂ ਵੀ ਇਹ ਕੰਮ ਹੁੰਦਾ, ਪੋਲੀਟੀਸ਼ੀਅਨ ਤੇ ਪੁਲਿਸ ਵਾਲੇ ਇਹ ਮੌਕਾ ਪ੍ਰਸਤ ਨੇ। ਔਰ ਸਿੱਖਾਂ ਦੇ ਵਿੱਚ ਕੀ ਅੱਜ ਕੱਲ੍ਹ ਦੁਨੀਆ ਦੇ ਕਿਤੇ ਵੀ ਤੁਸੀਂ ਜਾਓ, ਆਪਣੇ ਮੁਫਾਦ ਲਈ ਗੱਦਾਰ ਪੈਦਾ ਹੋ ਜਾਂਦੇ ਨੇ। ਇਸੇ ਕਰਕੇ ਜਿਹੜੀ ਗੱਲ ਚੱਡਾ ਸਾਹਿਬ ਨੇ ਕਹੀ ਆ ਨਾ ਕਿ ਜਿੰਨਾ ਵੀ ਕਾਂਗਰਸ ਆਈ ਦਾ ਟਰੈਸ਼ ਸੀਗਾ, ਜਿਹਨੂੰ ਅਸੀਂ ਡਸਟਬਿਨ ਜਾਣਾ ਸੀਗਾ, ਉਹ ਸਾਰਾ ਬੀਜੇਪੀ ਚਲਾ, ਔਰ ਹੁਣ ਉਸੇ ਬੰਦਿਆਂ ਨੂੰ ਉਹ ਲੈ ਕੇ ਆਉਣਗੇ। ਮਾਫੀ ਚਾਹ, ਹਾਂਜੀ ਜੀ, ਤੁਸੀਂ ਸਮਝ ਸਾਹਿਬ ਆਪਣੀ ਗੱਲ ਪੂਰੀ ਕਰਿਓ, ਮੈਂ ਉਸ ਤੋਂ ਬਾਅਦ ਸਵਾਲ ਰੱਖਣਾ ਅਗਲਾ। ਹਾਂਜੀ, ਮੈਂ ਇਹੀ ਕਹਿ ਰਿਹਾ ਕਿ ਹੁਣ ਉਹ ਦੇਖੋ ਕਿ ਹੁਣ ਕਾਂਗਰਸ ਨੂੰ ਛੱਡ ਕੇ ਭਾਜਪਾ ਜਾ ਰਹੇ ਨੇ, ਜਦੋਂ ਕਿ ਸਾਨੂੰ ਪਤਾ ਹੈਗਾ ਕਿ ਭਾਜਪਾ ਸਿੱਖਾਂ ਨੂੰ ਟਾਰਗੇਟ ਕਰਕੇ 2024 ਦੀਆਂ ਚੋਣਾਂ ਲੜੂਗੀ, ਔਰ ਇਹਦੇ ਵਿੱਚ ਉਹੀ ਗੱਦਾਰ ਫੈਮਲੀਆਂ ਵਿੱਚ ਵੜੀਆਂ ਹੋਣਗੀਆਂ। ਕੈਪਟਨ ਅਮਰਿੰਦਰ ਸਿੰਘ ਹੀ ਸਾਰਾ ਕੁਝ ਕੀਤਾ। ਉਦੋਂ ਵੀ ਜਦੋਂ ਬਲੂ ਸਟਾਰ ਆਪਰੇਸ਼ਨ ਹੋਇਆ, ਇਹਦੀ ਤੁਸੀਂ ਮਤਲਬ ਕਦਮਾਂ ਨੂੰ ਬਹੁਤ ਸਰਾਹਨੀय ਕਰਕੇ ਦੇਖਦੇ ਹੋ ਕਿ ਇਹਨੇ ਅਸਤੀਫਾ ਦਿੱਤਾ ਸੀ, ਇਹ ਦਿੱਤਾ ਸੀ, ਪਰ ਇਹ ਉਹੀ ਲੋਕ ਨੇ ਜੋ ਮੁੜ ਕੇ ਕਾਂਗਰਸ ਵਿੱਚ ਜਾ ਵੜੇ ਸੀ ਤੇ ਕਾਂਗਰਸ ਦੇ ਨਾਮ ਤੇ ਇਹਨਾਂ ਨੇ ਪੰਜਾਬ 'ਚ ਰਾਜ ਕੀਤਾ, ਔਰ ਸਾਡੇ ਲੋਕਾਂ ਨੇ ਇਹਨਾਂ ਨੂੰ ਆਪਣੀਆਂ ਅੱਖਾਂ ਤੇ ਬਿਠਾਇਆ ਤਾਜ ਬਣਾ ਕੇ। ਸੋ ਲੋਕਾਂ ਦੀ ਜਿਹੜੀ ਯਾਦਾਸ਼ਤ ਆ ਉਹ ਭੁੱਲ ਜਾਂਦੇ ਨੇ। ਸਿਰਫ ਆਪਣੀ ਨੌਕਰੀ, ਆਪਣਾ ਬੱਚਾ, ਆਪਣੇ ਸਾਹ ਦੇ ਲਈ ਜੇ ਤੁਸੀਂ ਇਸ ਤਰ੍ਹਾਂ ਦੇ ਸੌਦੇ ਕਰ ਲਓਗੇ ਨਾ, ਫਿਰ ਆਉਣ ਵਾਲੀ ਤਾਰੀਖ ਵਿੱਚ ਤੁਹਾਡਾ ਕੋਈ ਵੀ ਵਾਲੀ ਵਾਰਸ ਨਹੀਂ ਹੋਏਗਾ ਤੇ ਪਿਛਲੀਆਂ ਤਾਰੀਖਾਂ ਵਿੱਚ ਸ਼ਹੀਦਾਂ ਦੇ ਸਿਰਜੇ ਇਤਿਹਾਸ ਨੂੰ ਪੜ੍ਹਨ ਵਾਲਾ ਵੀ ਕੋਈ ਨਹੀਂ। ਸੁਖਵਿੰਦਰ ਸਮਝ ਸਾਹਿਬ, ਜੇ ਆਪਾਂ ਇਸ ਸਮੇਂ ਦੌਰਾਨ ਜਦੋਂ ਹੁਣ 84 ਦਾ ਸਾਕਾ ਵੀ ਲੋਕਾਂ ਨੇ ਦੇਖ ਲਿਆ ਤੇ ਅੱਜ ਦੇ ਹਾਲਾਤ ਦੇ ਵਿੱਚ ਸਿੱਖ ਸਿਆਸਤ ਨੂੰ ਕਿੱਥੇ ਦੇਖਦੇ ਹੋ? ਇੱਕ ਪਾਸੇ ਤਾਂ ਕੇਂਦਰ 'ਚ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੀ ਸਰਕਾਰ, ਉਹ ਕਦੇ NRI ਸਿੱਖਾਂ ਨਾਲ ਗੱਲਬਾਤ ਕਰਦੇ ਨੇ, ਕਦੇ ਇੱਥੋਂ ਦੇ ਸਿੱਖਾਂ ਨਾਲ ਗੱਲਬਾਤ ਕਰਦੇ ਨੇ। ਉਹ ਕਹਿੰਦੇ ਸਾਡੇ ਤੋਂ ਵੱਧ ਸਿੱਖਾਂ ਲਈ ਕੰਮ ਕਿਸੇ ਨੇ ਕੀਤਾ ਨਹੀਂ। ਕਰਤਾਰਪੁਰ ਦਾ ਲਾਂਘਾ ਵੀ ਗਿਣਾ ਦਿੰਦੇ ਨੇ। ਇਧਰਲੇ ਬੰਨੇ ਆਮ ਆਦਮੀ ਪਾਰਟੀ, ਸਿੱਖਾਂ ਦੀ ਬਹੁਤ ਗਿਣਤੀ ਜਿਹੜੇ ਸੂਬੇ ਦੇ ਵਿੱਚ ਹੈ, ਪੰਜਾਬ 'ਚ, ਉੱਥੇ ਸਰਕਾਰ ਹੈ, ਉਹ ਵੀ ਇਹੋ ਜਿਹੀ ਸਰਕਾਰ ਜਿਹੜੀ ਲੋਕਾਂ ਨੇ ਕਲੀਨ ਵਾਸ਼ ਕਰਕੇ ਲੋਕਾਂ ਨੇ ਐਨ ਪੂਰਾ ਆਪਣਾ ਫਤਵਾ ਦਿੱਤਾ, 92 ਸੀਟਾਂ ਦਿੱਤੀਆਂ। ਪਰ ਅੱਜ ਦੀ ਘੜੀ ਇਹਨਾਂ ਦੋਹਾਂ ਸਰਕਾਰਾਂ ਦੇ ਵਿਚਾਲੇ ਸਿੱਖ ਸਿਆਸਤ ਨੂੰ ਕਿਸ ਤਰ੍ਹਾਂ ਦੇਖਿਆ ਜਾਏ? ਦੇਖੋ, ਜਦੋਂ ਕੈਪਟਨ ਦੀ ਸਰਕਾਰ ਆਈ ਸੀ ਨਾ 17 ਦੇ ਵਿੱਚ, ਉਦੋਂ ਜੇ ਤੁਸੀਂ ਜੱਟ ਪਰਸੈਂਟੇਜ ਦੇਖੋਗੇ ਵੋਟਾਂ ਦੀ ਤਾਂ ਬੜੀ ਥੋੜੀ ਸੀ, ਪਰ ਜਦੋਂ ਹੁਣ ਆਈ ਆ ਤਾਂ ਹੁਣ ਜਿਹੜੀ ਜੱਟ ਪਰਸੈਂਟੇਜ ਦੀ ਮਾਰਜਨ ਆ ਉਹ ਜ਼ਿਆਦਾ ਹੈਗੀ ਆ। ਮਤਲਬ ਐਤਕੀ ਸਾਡੀ ਵੱਡੀ ਲੋਕਾਂ ਨੂੰ ਸਮਝ ਆ ਗਈ ਆ, ਸਿੱਖਾਂ ਨੂੰ, ਖਾਸ ਕਰਕੇ ਜੱਟ ਕੈਡਰ ਨੂੰ, ਕਿ ਹੁਣ ਅਕਾਲੀ ਦਲ ਤਾਂ ਹਾਸ਼ੀਏ ਤੋਂ ਬਹੁਤ ਦੂਰ ਜਾ ਚੁੱਕਿਆ। ਹੁਣ ਉਹਨਾਂ ਨੂੰ ਜਦੋਂ ਪਤਾ ਲੱਗ ਗਿਆ ਕਿ ਅਕਾਲੀ ਦਲ ਵਾਪਸ ਨਹੀਂ ਆ ਸਕਦਾ ਸਿਆਸਤ ਵਿੱਚ, ਫਿਰ ਉਹਨਾਂ ਨੇ ਆਮ ਆਦਮੀ ਪਾਰਟੀ ਵੱਲ ਰੁਖ ਕੀਤਾ। ਉਹਨਾਂ ਨੇ ਜੇ ਭਾਜਪਾ ਵੱਲ ਰੁਖ ਕਰਨਾ ਹੁੰਦਾ ਤਾਂ ਹੁਣ ਵੀ ਕਰ ਸਕਦੇ ਸੀ, ਪਰ ਉਹਨਾਂ ਨੇ ਆਮ ਆਦਮੀ ਪਾਰਟੀ ਵੱਲ ਹੀ ਰੁਖ ਕੀਤਾ। ਹਾਲਾਂਕਿ ਗੱਲਾਂ ਇਹ ਉਦੋਂ ਵੀ ਚੱਲਦੀਆਂ ਸੀ ਕਿ ਇਹ ਪਾਰਟੀ ਵੀ ਹਿੰਦੂਵਾਦੀ ਆਪਣੇ ਉਹਦੇ ਆਧਾਰ ਦੇ ਉੱਤੇ ਫਿਲਾਸਫੀ ਦੇ ਉੱਪਰ ਕੰਮ ਕਰਦੀ ਆ। ਦੇਖੋ, ਹਿੰਦੂਵਾਦੀ ਫਿਲਾਸਫੀ ਦੇ ਉੱਪਰ ਕੰਮ ਕਰਨਾ ਕੋਈ ਮਾੜੀ ਗੱਲ ਨਹੀਂ, ਕਿਉਂਕਿ ਹਿੰਦੂ ਧਰਮ ਕਿਸੇ ਨੂੰ ਮਾਰਨ ਦਾ, ਕਿਸੇ ਤੋਂ ਖੋਹਣ ਦੀ ਫਿਲਾਸਫੀ ਨਹੀਂ ਹੈਗੀ। ਉਹਦੇ ਵਿੱਚ ਵੀ ਦੇਣ ਦੀ ਫਿਲਾਸਫੀ ਆ, ਬਾਕੀ ਸਾਰਿਆਂ ਨੂੰ ਪਿਆਰ ਕਰਨ ਦੀ ਫਿਲਾਸਫੀ ਆ ਤੇ ਕਰਮ ਕਰਨ ਦੀ ਫਿਲਾਸਫੀ ਆ। ਸ਼੍ਰੀ ਕ੍ਰਿਸ਼ਨ ਦਾ ਗੀਤਾ ਦਾ ਸੰਦੇਸ਼ ਪੜ੍ਹੋ, ਉਹਦੇ ਵਿੱਚ ਸਾਫ਼-ਸਾਫ਼ ਇਮਾਨਦਾਰੀ ਨਾਲ ਲਿਖਿਆ ਹੋਇਆ ਹੈਗਾ, ਪੂਰੀ ਤੇ ਪੂਰਾ ਸਾਨੂੰ, ਔਰ ਰਾਮਾਇਣ ਵਿੱਚੋਂ ਵੀ ਇਹੀ ਚੀਜ਼ਾਂ ਮਿਲਦੀਆਂ। ਸੋ ਹਿੰਦੂ ਧਰਮ ਕਿਤੇ ਮਾੜਾ ਨਹੀਂ ਹੈਗਾ, ਪਰ ਹਿੰਦੂ ਧਰਮ ਦੇ ਮੋਢੇ ਤੇ ਰੱਖ ਕੇ ਜਦੋਂ ਲੋਕ ਨਫ਼ਰਤ ਪੈਦਾ ਕਰਦੇ ਨੇ ਦੋ ਕਮਿਊਨਿਟੀਜ਼ ਦੇ ਵਿੱਚ, ਤੇ ਉਹਦੇ ਵਿੱਚੋਂ ਫਿਰ ਉਹ ਤੁਹਾਨੂੰ ਯਾਦ ਹੋਏਗਾ ਨਾ, ਦੋ ਬਿੱਲੀਆਂ ਦੀ ਹੋ ਗਈ ਲੜਾਈ ਤੇ ਬਾਂਦਰ ਬਣ ਗਿਆ ਸਰਪੰਚ, ਤੇ ਬਾਂਦਰ ਆ ਕੇ ਕੀ ਕਹਿੰਦਾ ਕਿ ਭਾਈ ਤੁਹਾਡੇ ਦੋਨਾਂ ਦੇ ਗੁੜ ਦੀ ਭੇਲੀ ਮੈਂ ਵੰਡ ਦੂੰਗਾ, ਪਰ ਜੇ ਇੱਕ ਪਾਸੇ ਵੱਧ ਹੋਇਆ ਤਾਂ ਵੱਧ ਵਾਲਾ ਹਿੱਸਾ ਮੇਰਾ। ਉਹਨੇ ਦੋ ਟੋਟੇ ਕੀਤੇ, ਇੱਕ ਬਿੱਲੀ ਕਹਿੰਦੀ ਇੱਧਰ ਵੱਧ, ਕਹਿੰਦਾ ਲਿਆ, ਉਹਨੇ ਤੋੜਤਾ, ਉਹਨੇ ਖਾ ਲਿਆ। ਹੁਣ ਪਹਿਲਾਂ ਵਾਲੀ ਬਿੱਲੀ ਕਹਿੰਦੀ ਜੀ ਹੁਣ ਉਹਦੇ ਵੱਲ ਵੱਧਾ, ਕਹਿੰਦਾ ਲਿਆ, ਉਹਨੇ ਤੋੜਤਾ। ਉਹ ਕੀ ਸੀ, ਉਹ ਤਾਂ ਦੋਨੋਂ ਲੜਦੀਆਂ ਰਹੀਆਂ ਕਿ ਉਹਦੇ ਵੱਲ ਵੱਧਦਾ, ਉਹਦੇ ਵੱਲ ਵੱਧਦਾ, ਉਹ ਤਾਂ ਲੜਾਤੀ ਆ, ਪਰ ਭੇਲੀ ਸਾਰੀ ਦੀ ਸਾਰੀ ਬਾਂਦਰ ਖਾ ਗਿਆ। ਸੋ ਜਿਹੜਾ ਦੋ ਜਣਿਆਂ ਨੂੰ ਲੜਾ ਲੇਗਾ ਸਿਆਸਤ ਵਿੱਚ ਉਹੀ ਰਾਜ ਕਰੇਗਾ। ਔਰ ਹਿੰਦੁਸਤਾਨ ਵਿੱਚ ਵੀ ਜੋ ਸਬਕ ਲੈ ਕੇ
ਕਾਂਗਰਸ ਨੇ ਵਿਰਸਾ ਲਿਆ ਸੀਗਾ ਅੰਗਰੇਜ਼ਾਂ ਤੋਂ ਕਿ ਪਾੜੋ ਅਤੇ ਰਾਜ ਕਰੋ ਦੀ ਨੀਤੀ, ਉਹਦੇ ਤੇ ਹੀ ਹੁਣ ਭਾਜਪਾ ਫੁੱਲ ਚੜਾ ਰਹੀ ਆ। ਕਾਂਗਰਸ ਮੁਸਲਮਾਨਾਂ ਨੂੰ ਨੇੜੇ ਲਾ ਕੇ ਹਿੰਦੂਆਂ ਨੂੰ ਦੂਰ ਕਰ ਰਹੀ ਸੀ, ਭਾਜਪਾ ਨੇ ਕੀ ਕੀਤਾ ਕਿ ਸਾਰੇ ਹਿੰਦੂਆਂ ਨੂੰ ਨੇੜੇ ਲਾ ਲਿਆ, ਮਾਈਨੋਰਿਟੀਜ਼ ਨੂੰ ਦੂਰ ਕਰਤਾ। ਹਾਲਾਂਕਿ ਭਾਜਪਾ ਦੇ ਵਿੱਚ ਜਿਹੜਾ ਹਿੰਦੂ ਕੈਡਰ ਹੈਗਾ ਬਹੁਤ ਵੱਡਾ, ਇਸ ਤਰ੍ਹਾਂ ਦੀ ਪਰਸੈਂਟੇਜ ਹੈਗੀ ਆ ਕਿ ਹਿੰਦੂ ਵੋਟਾਂ ਵੀ ਇਸ ਵੇਲੇ ਭਾਜਪਾ ਤੋਂ ਦੂਰ ਜਾ ਚੁੱਕੀਆਂ ਨੇ। ਪਰ ਪ੍ਰੋਬਲਮ ਇਹ ਆ ਕਿ ਸਾਡੇ ਮੁਲਕ ਦੀਆਂ 17% ਵੋਟਾਂ ਨੇ ਤਾਂ ਉਹਨਾਂ ਨੂੰ ਵੱਡੀ ਮੈਜੋਰਿਟੀ ਦੇ ਦਿੱਤੀ, ਤੇ ਜਿਹੜੇ ਦੂਰ ਚਲੇ ਵੀ ਗਏ ਪੜ੍ਹੇ ਲਿਖੇ ਬੰਦੇ ਉਹ ਕੀ ਕਰ ਲੈਣਗੇ? ਕਿਉਂਕਿ ਆਟਾ ਦਾਲ ਸਕੀਮ ਜਦੋਂ ਚੱਲ ਪੈਂਦੀ ਆ ਫਿਰ ਵੱਡੀਆਂ ਵੱਡੀਆਂ ਜਿਹੜੀਆਂ ਇੰਸਟੀਟਿਊਸ਼ਨਸ ਨੇ ਉਹ ਫੇਲ ਹੋ ਜਾਂਦੀਆਂ ਨੇ, ਵੋਟਾਂ ਫਿਰ ਈਵੀਐਮ ਦੀ ਲੋੜ ਨਹੀਂ ਰਹਿ ਜਾਂਦੀ ਜਦੋਂ ਤੁਸੀਂ ਦਿਮਾਗ ਹੀ ਹੈਕ ਕਰ ਲਏ। ਲੋਕ ਕਹਿੰਦੇ ਕਿ ਮੋਦੀ ਸਾਹਿਬ ਈਵੀਐਮ ਹੈਕ ਕਰਦੇ ਆ, ਮੈਂ ਕਹਿੰਦਾ ਨਹੀਂ, ਮੋਦੀ ਸਾਹਿਬ ਈਵੀਐਮ ਨਹੀਂ ਹੈਕ ਕਰਦੇ, ਮੋਦੀ ਸਾਹਿਬ ਦਿਮਾਗ ਹੈਕ ਕਰਦੇ ਆ। ਸੋ ਉਸ ਵੇਲੇ ਸਾਡੇ ਜਿਹੜੇ ਸਿੱਖ ਲੀਡਰ ਨੇ, ਜਿਨ੍ਹਾਂ ਨੂੰ ਅਸੀਂ ਮੌਕਾ ਪ੍ਰਸਤ ਕਹਿ ਦਿੰਦੇ ਆ, ਜਿਨ੍ਹਾਂ ਨੂੰ ਮੌਕਾ ਪ੍ਰਸਤ ਵਿੱਚ ਜੰਗਲ ਵਿੱਚ ਲੂੰਬੜ ਨੂੰ ਕਿਹਾ ਜਾਂਦਾ, ਲੂੰਬੜ ਚੱਲਣ ਵਾਲੇ, ਉਹ ਸਾਰੇ ਭਾਜਪਾ 'ਚ ਭੱਜ ਰਹੇ ਨੇ। ਔਰ ਇਹ ਸਾਰਾ ਕੁਝ ਕਵਾਇਤ ਕੀ ਹੋ ਰਹੀ ਆ, ਉਹ ਜਿਹੜਾ 400-450 ਸਾਲ ਆਪਣੇ ਸਿਸਮਾਂ ਦੇ ਫਾਰਮ ਹਾਊਸ 'ਚ ਬੈਠ ਕੇ ਸਰਕਾਰ ਚਲਾਉਂਦਾ ਰਿਹਾ ਮਾਣਯੋਗ ਕੈਪਟਨ ਅਮਰਿੰਦਰ ਸਿੰਘ, ਸਾਬਕਾ ਫੌਜੀ ਰਿਟਾਇਰਡ, ਉਹ ਕਿਤੇ ਨਾ ਕਿਤੇ ਇਹ ਭਾਲਦਾ ਕਿ ਮੈਨੂੰ ਉਪ ਰਾਸ਼ਟਰਪਤੀ ਦੀ ਚੋਣ ਲਈ ਨੋਮੀਨੇਸ਼ਨ ਬੀਜੇਪੀ ਦੇ ਦੇਵੇ, ਤੇ ਉਹ ਇਹ ਦਿਖਾ ਰਿਹਾ ਕਿ ਮੈਂ ਬੀਜੇਪੀ ਨੂੰ ਸਟਰੋਂਗ ਕਰਦਾ ਜਾ ਰਿਹਾ। ਉਹ ਬੀਜੇਪੀ ਕਿਵੇਂ ਸਟਰੋਂਗ ਹੋ ਸਕਦੀ ਆ ਜਦੋਂ ਕਿ ਨਕਾਰੇ ਹੋਏ ਨੇਤਾ ਹੀ ਸਾਰੇ ਉਸ ਬੀਜੇਪੀ 'ਚ ਜਾ ਰਹੇ ਨੇ, ਔਰ ਨਕਾਰੇ ਹੋਏ ਨੇਤਾ ਚੱਲੇ ਹੋਏ ਕਾਰਤੂਸ ਤੇ ਗੇਰਾਂ ਤੋਂ ਬਾਹਰ ਗੱਡੀ ਕਦੇ ਮੰਜ਼ਿਲ ਤੇ ਨਹੀਂ ਪਹੁੰਚਦੀ। ਸੁਖਵਿੰਦਰ ਜੀ, ਮੈਂ ਸਿੱਖ ਸਿਆਸਤ ਦੀ ਗੱਲ ਕੀਤੀ ਸੀ ਆਮ ਆਦਮੀ ਪਾਰਟੀ ਦੇ ਕਾਰਜਕਾਲ ਦੇ ਵਿੱਚ। ਆਮ ਆਦਮੀ ਪਾਰਟੀ ਦੇ ਕਾਰਜਕਾਲ ਵਿੱਚ ਸਿੱਖ ਸਿਆਸਤ, ਵਿਰੋਧੀਆਂ ਨੇ ਉਹਨੂੰ ਖਾਲਿਸਤਾਨ ਨਾਲ ਜੋੜ ਕੇ ਸਿੱਖਾਂ ਤੋਂ ਜਾਂ ਬਾਕੀ, ਕਿਉਂਕਿ ਦੇਖੋ ਪੰਜਾਬ ਦੀ ਪੋਲਿਟਿਕਸ ਕੱਲੇ ਸਿੱਖਾਂ ਦੀ ਪੋਲਿਟਿਕਸ ਨਹੀਂ ਹੈਗੀ, ਉੱਥੇ ਸਾਡੇ ਹਿੰਦੂ ਭਾਈਚਾਰਾ ਵੀ ਬਰਾਬਰ ਬੈਠਾ ਹੈਗਾ। ਤਾਂ ਤੁਸੀਂ ਇੱਕ ਕਮਿਊਨਿਟੀ ਨੂੰ ਲੈ ਕੇ ਸਿਆਸਤ ਪੰਜਾਬ 'ਚ ਕਰੋਗੇ, ਦੈਟ ਇਜ਼ ਨਾਟ ਪੋਸੀਬਲ ਐਟ ਆਲ। ਤੁਹਾਨੂੰ ਦੋਨਾਂ ਨੂੰ ਰਲਾ ਕੇ ਚੱਲਣਾ ਪਊਗਾ। ਇਸੇ ਕਰਕੇ ਸਿੱਖ ਸਿਆਸਤ ਤੋਂ ਦੂਰੀ ਬਣਾਈ ਰੱਖੀ। ਭਗਵੰਤ ਮਾਨ ਹੋਰੀ ਕੱਲ ਜਥੇਦਾਰ ਅਕਾਲ ਤਖਤ ਸਾਹਿਬ ਦੇ ਕੋਲੇ ਜਾ ਕੇ ਮਿਲਦੇ ਨੇ, 1.5 ਘੰਟਾ ਕਮਰੇ ਬੰਦ ਵਿੱਚ ਬੈਠਕ ਹੁੰਦੀ ਹੈ। ਉਹ ਸਿੱਖ ਸਿਆਸਤ ਨਾਲ ਜੋੜ ਕੇ ਉਹਨੂੰ ਨਹੀਂ ਦੇ ਸਕਦੇ। ਉਹਨਾਂ ਨੂੰ ਇਹ ਸੀ ਕਿ ਜਥੇਦਾਰ ਅਕਾਲ ਤਖਤ ਘੱਲੂਘਾਰਾ ਜਿਹੜੇ ਯਾਦਗਾਰ ਦਿਨ ਮਨਾਉਂਦੇ ਆ ਅਸੀਂ 6 ਜਨ ਨੂੰ, ਉਹਦੇ ਕੌਮ ਨੂੰ ਸੰਬੋਧਨ ਹੁੰਦਾ, ਤੇ ਉਸ ਕੌਮ ਦੇ ਸੰਬੋਧਨ ਵਿੱਚ ਕਿਤੇ ਜਥੇਦਾਰ ਅਕਾਲ ਤਖਤ ਆਮ ਆਦਮੀ ਪਾਰਟੀ ਦੀ ਸਰਕਾਰ ਪ੍ਰਤੀ ਕੁਝ ਰੁੱਖੇ ਸ਼ਬਦ ਨਾ ਵਰਤਣ। ਨੰਬਰ 2, ਸਰਕਾਰ ਵੱਲੋਂ ਜਿਹੜੀ ਵੱਡੇ VIPs ਦੀ ਸੂਚੀ ਜਾਰੀ ਕੀਤੀ ਗਈ ਸੀ ਕਿ ਉਹਨਾਂ ਦੀ ਸੁਰੱਖਿਆ ਵਾਪਸ ਲੈ ਲਈ ਗਈ ਹੈ, ਉਹਦੇ ਵਿੱਚ ਅਰਵਿੰਦ ਕੇਜਰੀਵਾਲ ਨੇ ਲਹਿਰਾ ਕੇ ਜਥੇਦਾਰ ਅਕਾਲ ਤਖਤ ਸਾਹਿਬ ਦਾ ਨਾਂ ਦੱਸਿਆ ਸੀ। ਕੁਰੂਸ਼ੇਤਰ ਦੀ ਜਿਹੜੀ ਰੈਲੀ ਕੀਤੀ ਸੀ ਉਹਦੇ ਨਾਲ ਵੀ ਇੱਕ ਨਾਰਾਜ਼ਗੀ ਆ ਕਿ ਇਹ ਜਿਹੜਾ ਕੰਮ ਕੀਤਾ ਗਿਆ, ਗੈਰ ਜ਼ਿੰਮੇਵਾਰੀ ਵਾਲਾ ਜਿਹੜਾ ਕਦਮ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੱਲੋਂ ਚੱਕਿਆ ਗਿਆ। ਖਾਸ ਕਰਕੇ ਤੁਹਾਨੂੰ ਯਾਦ ਆ ਜਦੋਂ ਕੱਲ ਭਗਵੰਤ ਮਾਨ ਹੋਰੀ ਅੰਦਰ ਕਮਰੇ ਵਿੱਚ ਸੀ ਤਾਂ ਉਹਨਾਂ ਨੇ ਆਪਣੇ PRO ਦੀ ਟੀਮ ਅੰਦਰ ਨਹੀਂ ਵਾੜੀ, ਕਿਉਂਕਿ ਉਹੀ ਟੀਮ ਆ ਜਿਹੜੀ ਦਿੱਲੀ ਤੋਂ ਸੰਕੇਤ ਲੈ ਕੇ ਕੰਮ ਕਰਦੀ ਆ। ਕੋਈ ਜਥੇਦਾਰ ਸਾਹਿਬ ਦਾ ਵੀ ਦਫ਼ਤਰੀ ਅੰਦਰ ਨਹੀਂ ਸੀਗਾ। ਉਹਦਾ ਕਾਰਨ ਇਹ ਸੀ ਕਿ ਪੂਰੇ ਦੀ ਪੂਰੀ ਜਿਹੜੀ ਮੀਟਿੰਗ ਸੀ ਉਹ ਗੁਪਤ ਰੱਖੀ ਭਗਵੰਤ ਮਾਨ ਹੋਰਾਂ ਨੇ, ਔਰ ਜਿਹੜੇ ਦਿੱਲੀ ਦੇ ਸੂਹੇ ਸੀਗੇ ਉਹਨਾਂ ਨੂੰ ਵੀ ਬਾਹਰ ਰੱਖਿਆ ਗਿਆ। ਸੋ ਗੱਲ ਦਿੱਲੀ ਉਹੀ ਪਹੁੰਚੀ ਹੋਏਗੀ ਜੋ ਭਗਵੰਤ ਮਾਨ ਚਾਹੁੰਦੇ ਹੋਣਗੇ ਕਿ ਇਹ ਖਬਰ ਦਿੱਲੀ ਪਹੁੰਚ ਜਾਵੇ। ਜਿਵੇਂ ਸ਼ੋਲੇ ਫਿਲਮ ਦੇ ਵਿੱਚ ਧਰਮਿੰਦਰ ਅਮਿਤਾਭ ਬੱਚਨ ਕੈਸਟੋ ਮੁਖਰਜੀ ਨੂੰ ਬੇਵਕੂਫ ਬਣਾਉਂਦੇ ਹੁੰਦੇ ਸੀਗੇ ਕਿ ਜੇਲ੍ਹ ਦੇ ਵਿੱਚ ਬਰੂਦ ਆ ਚੁੱਕਿਆ, ਕਿਉਂਕਿ ਉਹਨਾਂ ਦੀ ਗੈਰ ਜ਼ਿੰਮੇਵਾਰੀ, ਭਗਵੰਤ ਮਾਨ ਦੀ ਮਜਬੂਰੀ, ਤੇ ਸਿੱਧੂ ਮੂਸੇਵਾਲੇ ਦਾ ਕੰਮ ਕਤਲ ਹੋ ਗਿਆ। ਔਰ ਜਿਹੜੀ ਉਹਦੀ ਆਪਣੇ ਦੀ ਜਥੇਦਾਰ ਅਕਾਲ ਤਖਤ, ਦੇਖੋ ਜਥੇਦਾਰ ਅਕਾਲ ਤਖਤ ਦੀ ਸੀਟ ਦੇ ਉੱਪਰ ਕੌਣ ਬੈਠਾ ਇਹ ਮੈਟਰ ਨਹੀਂ ਕਰਦਾ। ਉਹ ਕਿਸੇ ਪਾਰਟੀ ਦਾ ਬੰਦਾ PR ਵੀ ਹੋ ਸਕਦਾ, ਪਰ ਸਾਡੇ ਲਈ ਉਹ ਸੀਟ ਸਿਰਮੌਰ ਆ। ਉਸ ਸੀਟ ਤੇ ਬੰਦੇ ਨੂੰ ਦੇਣੀ ਪੈਣੀ ਹੈ ਸੁਰੱਖਿਆ। ਉਸ ਨੂੰ ਤੁਸੀਂ ਇਹ ਕਹਿ ਦਿਓ ਕਿ ਵੀ ਉਹ ਨਜਾਇਜ਼ ਸੀਗੀ
ਉਹ ਗਲਤ ਗੱਲ ਆ। ਉੱਥੇ ਆਮ ਆਦਮੀ ਪਾਰਟੀ ਡਿਫੈਂਸਿਵ ਹੁੰਦੀ ਆ, ਔਰ ਸਿੱਖ ਪੋਲਿਟਿਕਸ ਨੂੰ ਤੁਸੀਂ ਕਿੰਨਾ ਕੁ ਬਾਹਰ ਰੱਖ ਲਓਗੇ। ਇਸ ਲਈ ਜ਼ਰੂਰੀ ਹੋ ਜਾਂਦਾ ਭਗਵੰਤ ਮਾਨ ਆਪਣੇ ਆਪ ਨੂੰ ਰਾਜਨੀਤਿਕ ਤੌਰ ਦੇ ਉੱਪਰ ਬਚਾਉਣ ਦੇ ਲਈ ਇਹ ਸਾਰੀ ਕਾਰਵਾਈ ਕਰ ਰਹੇ ਨੇ। ਉਹ ਤੁਹਾਨੂੰ ਲੱਗ ਰਿਹਾ ਕਿ ਸਿੱਖ ਸਿਆਸਤ ਨੂੰ ਚੱਕਣ ਦੇ ਵਿੱਚ ਯੋਗਦਾਨ ਪਾ ਰਹੇ ਨੇ? ਇਹੋ ਜਿਹਾ ਮੈਨੂੰ ਕਿਤੇ ਨਹੀਂ ਲੱਗਦਾ ਸੁਖਵਿੰਦਰ ਜੀ। ਜਦੋਂ ਘੱਟ ਗਿਣਤੀਆਂ ਦੀ ਗੱਲ ਹੁੰਦੀ ਹੈ, ਕਸ਼ਮੀਰ ਦੇ ਵਿੱਚ ਜੋ ਕੁਝ ਉੱਥੋਂ ਦੇ ਭਾਈਚਾਰੇ ਦੇ ਨਾਲ, ਜਿਹੜੇ ਉੱਥੇ ਘੱਟ ਗਿਣਤੀ ਦੇ ਵਿੱਚ ਨੇ ਕਸ਼ਮੀਰੀ ਪੰਡਤ, ਉਹਨਾਂ ਦੇ ਨਾਲ ਹੋ ਰਿਹਾ, ਇਹਨੂੰ ਕਿੱਦਾਂ ਦੇਖਦੇ ਹੋ? ਇੱਕ ਰਿਪੋਰਟ ਭਾਵ ਕੇ ਮੁਲਾਜ਼ਮਾਂ ਨੂੰ ਉੱਥੇ ਨਿਯੁਕਤੀ ਕਿੱਦਾਂ ਕਰਨੀ ਆ, ਉਹ ਲੀਕ ਹੋ ਗਈ। ਇਹਦੇ ਦੌਰਾਨ ਇੱਕ ਕਸ਼ਮੀਰੀ ਪੰਡਤ ਨੂੰ ਪਹਿਲਾਂ ਮਾਰ ਦਿੱਤਾ ਗਿਆ, ਮਤਲਬ ਕਿ ਹੁਣ ਕੁਝ ਕਸ਼ਮੀਰੀਆਂ ਨੂੰ ਮਾਰ ਦਿੱਤਾ ਗਿਆ। ਇਹ ਬਹੁਤ ਸਾਰੇ ਸਵਾਲ ਖੜੇ ਕਰਦਾ। ਉਹ ਲੋਕ ਉੱਥੋਂ ਪਲਾਇਨ ਕਰ ਰਹੇ ਨੇ ਤੇ ਬੀਜੇਪੀ ਕੀ ਕਰ ਰਹੀ ਹੈ? ਜਿਹੜੇ ਕਹਿੰਦੇ ਸੀ ਕਿ ਅਸੀਂ ਧਾਰਾ 370 ਖਤਮ ਕਰਕੇ ਸਾਰਾ ਕੁਝ ਮਤਲਬ ਕਿ ਕਾਬੂ ਹੇਠ ਕਰ ਲਿਆ। ਉਹਨਾਂ ਨੇ ਤਾਂ ਯੂਟੀ ਵੀ ਬਣਾ ਲਈ ਸੀਗੀ, ਉਹ ਸਾਰੀ ਬਾਰਡਰ ਵਾਲਾ ਏਰੀਆ ਯੂਟੀ ਵੀ ਬਣਾ ਲਿਆ ਸੀ ਭਾਜਪਾ ਨੇ। ਫਿਰ ਕੀ ਉਹ ਇਨਫਿਲਟ੍ਰੇਸ਼ਨ ਰੁਕ ਗਈ? ਫਿਰ ਕੀ ਉਹ ਲੋਕਾਂ ਵਿੱਚ ਜਿਹੜੀ ਤੁਸੀਂ ਨਫ਼ਰਤ ਪਾ ਚੁੱਕੇ ਹੋ? ਉਸ ਵੇਲੇ ਕਾਂਗਰਸ ਆਈ ਪਾ ਕੇ ਗਈ ਸੀ, ਇਸ ਵੇਲੇ ਉਹ ਸੱਗ ਦੇ ਉੱਪਰ ਤੇਲ ਇਹ ਪਾ ਰਹੇ ਨੇ, ਉਹ ਹਟ ਜਾਏਗੀ? ਤੁਸੀਂ ਉਹਨਾਂ ਭਾਈਚਾਰੇ ਨੂੰ ਵਾਪਸ ਲੈ ਕੇ ਗਏ, ਉਹਨਾਂ ਨੂੰ ਨੌਕਰੀਆਂ ਦਿੱਤੀਆਂ, ਪਰ ਆਪਾਂ ਨੂੰ ਇਹ ਤਾਂ ਪਤਾ ਨਾ ਕਿ ਉਹਨਾਂ ਨੂੰ ਸੁਰੱਖਿਆ ਹਮੇਸ਼ਾ ਚਾਹੀਦੀ ਆ, ਜਾਂ ਘੱਟੋ ਘੱਟ ਜਿਹੜੀ ਉਹਨਾਂ ਦੀ ਨਿੱਜਤਾ ਹੈਗੀ ਆ ਉਹਨੂੰ ਸਾਹਮਣੇ ਨਾ ਆਉਣ ਦਿੱਤਾ ਜਾਵੇ। ਜਿਹੜੀ ਗਲਤੀ ਪੰਜਾਬ 'ਚ ਹੋਈ ਆ, ਸਿੱਧੂ ਮੂਸੇਵਾਲੇ ਵਾਲਾ ਸੀ ਅਫਜ਼ਾਨਾ ਹਰਜਾਨਾ ਭਰਿਆ ਹੈਗਾ, ਉਹੀ ਕੰਮ ਜੰਮੂ ਕਸ਼ਮੀਰ 'ਚ ਹੋਇਆ। ਉਹਨਾਂ ਦੀ ਸੂਚੀ ਜਾਰੀ ਹੋਈ ਆ, ਪਤਾ ਲੱਗ ਗਿਆ ਕੌਣ ਕੌਣ ਬੰਦੇ ਦੀ ਕਿੱਥੇ ਕਿੱਥੇ ਤੈਨਾਤੀ ਹੋਈ ਵੀ ਸੀ, ਕਿਹੜੀ ਉਹ ਆਪਣੀ ਐਥਨੀਸਿਟੀ ਦਾ ਹੈਗਾ, ਕਿਹੜੇ ਧਰਮ ਦਾ ਹੈਗਾ। ਉਹ ਚੀਜ਼ਾਂ ਜੋ ਚੁੱਪਚਾਪ ਚੱਲ ਰਹੀਆਂ ਸੀ ਸਾਹਮਣੇ ਆ ਗਈਆਂ। ਇਹਦੇ ਵਿੱਚ ਚਾਹੇ ਉਹ ਗਵਰਨਰ ਦੇ ਦਫ਼ਤਰ ਦੇ ਵਿੱਚੋਂ ਸ਼ਰਾਰਤ ਹੋਈ ਆ, ਦੇਖੋ ਹੈਗੀ ਤਾਂ ਇਹ ਸ਼ਰਾਰਤ ਆ, ਮਾਹੌਲ ਖਰਾਬ ਕਰਨ ਦਾ, ਸਰਕਾਰ ਨੂੰ ਬੈਕਫੁੱਟ ਤੇ ਕਰਨ ਦਾ। ਪਰ ਉਹ ਸ਼ਰਾਰਤ ਇੱਕ ਬੰਦੇ ਨੇ ਤਾਂ ਫੋਨ ਚੱਕ ਕੇ ਇਨਫੋਰਮੇਸ਼ਨ ਦੇਤੀ, ਜਾਂ ਉਹ PDF ਫਾਈਲ ਅੱਗੇ WhatsApp ਤੇ ਫਾਰਵਰਡ ਕਰਤੀ, ਉਹ ਛਪ ਗਈ, ਉਹ ਵੰਡੀ ਗਈ। ਪਰ ਤੁਸੀਂ ਦੇਖੋ ਨਾ, ਜੇਕਰ ਇੱਕ ਬੰਦੇ ਦੀ ਵੀ ਜਾਨ ਜਾਂਦੀ ਆ ਤੇ ਕੀ ਉਹਦਾ ਹੱਕ ਨਹੀਂ ਸੀ ਜ਼ਿੰਦਗੀ ਜਿਉਣ ਦਾ? ਉਹਦਾ ਹੱਕ ਨਹੀਂ ਇਸ ਭਾਰਤ ਦੀ ਨਾਗਰਿਕਤਾ ਦਾ ਆਪਣੀ ਮੰਨਣ ਦਾ? ਸੋ ਇਹ ਲੋਕਾਂ ਦੀ ਜਿਹੜੀਆਂ ਸ਼ਰਾਰਤਾਂ ਨੇ, ਸੌੜੀ ਪੋਲਿਟਿਕਸ ਆ। ਉਹ ਕਹਿ ਦਿੰਦੇ ਆ ਕਿ ਇਹ ਹਿੰਦੂ ਧਰਮ ਦੇ ਲਈ ਰਾਜਨੀਤੀ ਕਰ ਰਹੇ ਨੇ। ਨਹੀਂ, ਭਾਜਪਾ ਕਿਸੇ ਧਰਮ ਦੀ ਲਈ ਰਾਜਨੀਤੀ ਨਹੀਂ ਕਰ ਰਹੀ। ਭਾਜਪਾ ਆਪਣੀ ਰਾਜਨੀਤੀ ਲਈ ਹਿੰਦੂ ਧਰਮ ਦੀ ਵਰਤੋਂ ਕਰ ਰਹੀ ਆ, ਇਸਲਾਮ ਧਰਮ ਦੀ ਵਰਤੋਂ ਕਰ ਲਈ ਆ, ਸਿੱਖ ਧਰਮ ਦੀ ਵਰਤੋਂ ਕਰ ਰਹੀ ਆ। ਉਹ ਧਰਮ ਨੂੰ ਇੱਕ ਤਾਸ਼ ਦੇ ਪੱਤਿਆਂ ਵਾਂਗੂ ਵਰਤ ਰਹੇ ਨੇ, ਆਪਣੀ ਬਾਜੀ ਬਣਾ ਰਹੇ ਨੇ, ਜਿਵੇਂ ਰੰਮੀ ਸੀਪ ਕੋਈ ਖੇਡਦੇ ਹੁੰਦੇ ਨੇ। ਉਹ ਕਿਸੇ ਧਰਮ ਦਾ ਫਾਇਦਾ ਨਹੀਂ ਕਰ ਰਹੇ, ਨਾ ਕਿਸੇ ਨੇ ਅੱਜ ਤੱਕ ਕੀਤਾ 47 ਤੋਂ ਲੈ ਕੇ ਅੱਜ ਤੱਕ, ਤੇ ਨਾ ਹੀ ਕਦੇ ਹੋਵੇਗਾ। ਸੁਖਵਿੰਦਰ ਜੀ। ਸਮਨ ਸਾਹਿਬ, ਅਗਲੀ ਖਬਰ ਜਿਹੜੀ ਆ ਮੈਂ ਇੱਕ ਵਾਰ ਫਿਰ ਸਿੱਧੂ ਮੂਸੇਵਾਲੇ ਦੇ ਉੱਤੇ ਲਿਆਉਣਾ। ਲਾਰੈਂਸ ਬਿਸ਼ਨੋਈ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਦੇ ਵਿੱਚ ਪੇਸ਼ ਕੀਤਾ, ਫਿਰ 5 ਦਿਨ ਦਾ ਰਿਮਾਂਡ ਮਿਲ ਗਿਆ। ਲਾਰੈਂਸ ਬਿਸ਼ਨੋਈ ਲਗਾਤਾਰ ਇਹ ਗੱਲ ਕਹਿ ਰਿਹਾ ਕਿ ਮੇਰਾ ਇਹਦੇ ਵਿੱਚ ਕੋਈ ਹੱਥ ਨਹੀਂ, ਪਰ ਗੁਰਗੇ ਜਿਹੜੇ ਨੇ ਉਹ ਫੇਸਬੁੱਕ ਉੱਤੇ ਕਬੂਲਨਾਮਾ ਕਰੀ ਜਾਂਦੇ ਨੇ ਕਿ ਜੀ ਇਹ ਤਾਂ ਸਾਰਾ ਕੁਝ ਅਸੀਂ ਆਪ ਕੀਤਾ। ਲਾਰੈਂਸ ਬਿਸ਼ਨੋਈ ਦਾ ਵੀ ਨਾਮ ਵਿੱਚ ਹੈ। ਉਧਰੋਂ ਬੰਦੀਹਾ ਗਰੁੱਪ ਜਿਹੜਾ ਉਹ ਵੀ ਧਮਕੀਆਂ ਦੇ ਰਿਹਾ ਲਗਾਤਾਰ ਕਿ ਅਸੀਂ ਇਸ ਚੀਜ਼ ਦਾ ਬਦਲਾ ਲਵਾਂਗੇ, ਸਾਡੇ ਨਾਲ ਜੋੜ ਕੇ ਬੰਦੇ ਦਾ ਕਤਲ ਕੀਤਾ ਗਿਆ। ਬਹੁਤ ਕੁਝ ਇਹੋ ਜਿਹਾ ਹੈ ਜਿਹੜਾ ਮਤਲਬ ਕਿ ਪੁਲਿਸ ਨੂੰ ਪਤਾ ਹੁੰਦਿਆਂ ਵੀ ਇਹਨੂੰ ਜਗਜ਼ਾਹਰ ਨਹੀਂ ਕੀਤਾ ਜਾ ਰਿਹਾ ਕਿ ਆਖਿਰਕਾਰ ਮੁਲਜ਼ਮ ਅਸਲ ਦੋਸ਼ੀ ਜਿਹੜੇ ਨੇ ਉਹ ਕਿਹੜੇ ਨੇ। ਸੁਖਵਿੰਦਰ, ਮੈਨੂੰ ਪੰਜਾਬ ਪੁਲਿਸ ਦੇ ਉੱਪਰ ਨਾ ਉਹ ਲੱਗ ਰਿਹਾ ਕਿ ਉਹ ਬਾਂਦਰ ਦੌੜ ਜ਼ਿਆਦਾ ਕਰ ਰਹੇ ਨੇ, ਕੰਮ ਘੱਟ ਕਰ ਰਹੇ ਨੇ। ਗੱਲਾਂ ਤਾਂ ਵੀਡੀਓ ਤੁਸੀਂ ਫਰੋਲਣ ਲੱਗ ਜਾਓ, ਸਵਾਲ ਬੜੇ ਖੜੇ ਹੁੰਦੇ ਨੇ ਕਿ ਜਿਹੜੇ ਨਾਲ ਮੁੰਡੇ ਬੈਠੇ ਸੀ ਥਾਰ ਦੇ ਵਿੱਚ, ਉਹਨਾਂ ਦੇ ਉੱਪਰ ਕਹਿੰਦੇ ਇਮੀਡੀਏਟਲੀ ਜਦੋਂ ਸਿੱਧੂ ਮੂਸੇਵਾਲੇ ਉੱਤੇ ਫਾਇਰਿੰਗ ਹੋਈ ਆ ਉਦੋਂ ਨਹੀਂ ਹੋਈ, ਕਹਿੰਦੇ ਉਹ ਬਾਅਦ ਵਿੱਚ ਮੁੜ ਕੇ ਆਏ ਨੇ, ਫੇਰ ਫਾਇਰਿੰਗ ਕਰਕੇ ਗਏ ਨੇ। ਔਰ ਫੋਟੋਆਂ ਵਿੱਚ ਮੁੰਡਾ ਜਿਹੜਾ ਪਿੱਛੇ ਬੈਠਾ ਫੋਨ ਵੀ ਲਾਈ ਬੈਠਾ। ਔਰ ਜਦੋਂ ਪਿੰਡ ਵਾਲੇ ਪੁੱਛ ਰਹੇ ਨੇ ਕੌਣ ਆ, ਤਾਂ ਨਾਲ ਦੇ ਬੰਦੇ ਚੁੱਪ ਕਰੇ ਬੈਠੇ ਨੇ। ਸਵਾਲ ਤੇ ਸਵਾਲ ਆ। ਔਰ ਕਹਿੰਦੇ ਵੀ ਉਹ ਫੋਰਚੂਨਰ ਗੱਡੀ ਕਿਉਂ ਨਹੀਂ ਲੈ ਕੇ ਆਇਆ, ਔਰ ਉਹਦੇ ਪਿਸਤੌਲ ਦੇ ਵਿੱਚ 2 ਹੀ ਗੋਲੀਆਂ ਕਿਉਂ ਸੀਗੀਆਂ। ਬਹੁਤ ਸਵਾਲ ਨੇ ਇਹਦੇ ਉੱਤੇ, ਕਿਉਂ ਨਹੀਂ ਕੰਮ ਹੋ ਰਿਹਾ ਹੈਗਾ। ਮਤਲਬ ਇੱਕ ਬੰਦੇ ਨੂੰ ਜਿਹਨੂੰ ਹਥਿਆਰਾਂ ਦਾ ਸ਼ੌਂਕ ਹੋਵੇ ਔਰ ਜਿਹਨੂੰ ਆਪਣੀ ਸੁਰੱਖਿਆ ਦਾ ਅਹਿਸਾਸ ਹੋਵੇ, ਉਹ ਕਦੇ ਵੀ ਘਰੋਂ ਖਾਲੀ ਹਥਿਆਰ ਲੈ ਕੇ ਨਹੀਂ ਚੱਲੂਗਾ। ਮਿਰਜ਼ਾ ਜੱਟ ਵੀ ਜਦੋਂ ਗਿਆ ਸੀ ਨਾ ਸਹਿਵਾ ਲੈਣ ਲਈ, ਤਾਂ ਆਪਣਾ ਤਰਕਸ਼ ਤੀਰਾਂ ਦੇ ਨਾਲ ਭਰ ਕੇ ਲੈ ਕੇ ਗਿਆ ਸੀ। ਇਹ ਕਿਵੇਂ ਹੋ ਸਕਦਾ ਕਿ ਜੇ ਸਿੱਧੂ ਮੂਸੇਵਾਲਾ ਬਿਨਾਂ ਸਿਕਿਉਰਿਟੀ ਤੋਂ ਤੇ ਬਿਨਾਂ ਬੁਲਟ ਪ੍ਰੂਫ ਵਾਲੀ ਗੱਡੀ ਤੋਂ ਜਾਵੇ ਤੇ ਉਹਦਾ ਪਿਸਤੌਲ ਉਹ ਨਾ ਚੈੱਕ ਕਰੇ। ਕਹਾਣੀ ਵਿੱਚੋਂ ਹੋਰ ਆ।
ਔਰ ਇਹ ਗੱਲ ਬੜੀ ਵਧੀਆ ਆ ਕਿ ਉਹ ਬੰਦੇ ਜਿਹੜੇ ਰੈਕੀ ਕਰ ਰਹੇ ਸੀਗੇ ਸਿੱਧੂ ਮੂਸੇਵਾਲੇ ਦੇ ਪਿੰਡ ਦੀ, ਉਹ ਆਲੇ ਦੁਆਲੇ ਕਿਹੜੇ ਪਿੰਡਾਂ ਵਿੱਚ ਸਟੇ ਕਰ ਰਹੇ ਸੀ, ਆਲੇ ਦੁਆਲੇ ਦੇ ਪਿੰਡਾਂ ਵਿੱਚ ਕਿਹਨਾਂ ਨੇ ਉਹਦੀ ਮਦਦ ਕੀਤੀ। ਔਰ ਤੁਸੀਂ ਅਜਮੇਰ ਜੇਲ੍ਹ ਤੋਂ ਕੁਝ ਦਿਨ ਪਹਿਲਾਂ ਬਿਸ਼ਨੋਈ ਨੂੰ ਦਿੱਲੀ ਵਿੱਚ ਲਿਆਇਆ ਜਾਂਦਾ, ਜਿੱਥੇ ਇਹ ਸਾਰੀ ਘਟਨਾ ਨੂੰ ਅੰਜਾਮ ਦੇਣ ਦੀ ਪਲੈਨਿੰਗ ਹੁੰਦੀ ਆ। ਔਰ ਦਿੱਲੀ ਦੀ ਜੇਲ੍ਹ ਮਤਲਬ ਕੇਂਦਰ ਸਰਕਾਰ ਦੀ ਸ਼ਹਿ, ਤੇ ਕੇਂਦਰ ਸਰਕਾਰ ਦੀ ਸ਼ਹਿ ਤੇ ਪਤਾ ਲੱਗ ਰਿਹਾ ਸੀਗਾ ਕਿ ਕੱਲ ਜਦੋਂ ਭਾਜਪਾ ਵਾਲੇ ਕਹਿ ਰਹੇ ਸੀਗੇ, ਅਮਿਤ ਸ਼ਾਹ ਵੀ ਚੰਡੀਗੜ੍ਹ ਤੱਕ ਆਇਆ ਕਿ ਤੁਸੀਂ ਸਾਡੇ ਵੱਲੋਂ ਚੋਣ ਲੜ ਰਹੇ ਹੋ ਉਹਦੇ ਪਰਿਵਾਰ ਨੂੰ, ਤੇ ਕੀ ਇਹ ਵੀ ਅਸੀਂ ਮੰਨ ਲਈਏ ਕਿ ਇਹਨੂੰ ਪੋਲਿਟਿਸਾਈਜ਼ ਕਰਨ ਦੇ ਲਈ ਜਾਂ ਆਪਣਾ ਉਸ ਮੌਕੇ ਦਾ ਫਾਇਦਾ ਚੱਕਣ ਲਈ ਰਾਜਨੀਤਿਕ ਪਾਰਟੀਆਂ ਕਿਸ ਹੱਦ ਤੱਕ ਹੇਠਾਂ ਡਿੱਗ ਜਾਂਦੀਆਂ ਨੇ। ਸੋ ਇਹਦਾ ਰਾਜਨੀਤਿਕ ਕਤਲ ਹੈਗਾ, ਇਹਦਾ ਰਾਜਨੀਤਿਕ ਕਤਲ ਨੂੰ ਗੈਂਗਵਾਰ ਬਣਾ ਦਿੱਤਾ ਗਿਆ, ਜਾਂ ਸਿੰਗਰਾਂ ਦੀ ਆਪਸੀ ਲੜਾਈ ਨੂੰ ਗੈਂਗਵਾਰ ਦੱਸ ਕੇ ਰਾਜਨੀਤਿਕ ਕਤਲ ਕੀਤਾ ਗਿਆ। ਹੁਣ ਪਤਾ ਲੱਗਿਆ ਕਿ ਮੁੰਡਾ ਜਿਹੜਾ ਬਿਸ਼ਨੋਈ ਦਾ ਕਲੋਜ਼ ਸੀਗਾ ਉਹ ਵੀ ਇੱਥੋਂ ਗਾਇਬ ਹੋ ਗਿਆ, ਔਰ ਜਿਹੜੇ ਸਿੰਗਰ ਨੇ ਉਹਦੇ ਨਾਲ ਗਾਣਾ ਗਾਇਆ ਸੀਗਾ ਬੋਲੇ ਨਹੀਂ ਬੰਬੀਹਾ ਬੋਲੇ, ਜਿਹੜਾ ਉਹ ਬੰਬੀਹਾ ਗਰੁੱਪ ਦੀ ਆਪਣੀ ਨਾਦ ਵਜਾ ਰਿਹਾ, ਮਾਨ ਕਰਕੇ ਮੁੰਡਾ ਹੈਗਾ, ਉਹ ਕਿੱਥੇ ਫਿਰ ਰਿਹਾ, ਉਹ ਵੀ ਅਫਸੋਸ ਕਰਦਾ ਫਿਰ ਰਿਹਾ। ਉਹਨੂੰ ਕਿਉਂ ਨਹੀਂ ਪੁੱਛਿਆ ਗਿਆ ਵੀ ਭਾਈ ਤੂੰ ਵੀ ਤਾਂ ਬੰਬੀਹਾ ਨਾਲ ਗਾਇਆ ਸੀ, ਕਿੱਥੇ ਗੱਲ ਹੋ ਰਹੀ ਆ। ਪੁਲਿਸ ਜ਼ਿਆਦਾਤਰ ਲੋਕਾਂ ਨੂੰ ਇਹ ਲੱਗ ਰਿਹਾ ਕਿ ਟਾਈਮ ਪਾਸ ਕਰਨ ਦੇ ਵਿੱਚ ਜ਼ਿਆਦਾ ਲੱਗੀ ਹੋਈ ਆ। ਸਿੱਧੂ ਮੂਸੇਵਾਲੇ ਦੇ ਭੋਗ ਤੱਕ ਲੋਕਾਂ ਦਾ ਰੋਹ ਵੀ ਐਂ ਰਹੂਗਾ। ਔਰ ਤੁਸੀਂ ਦੇਖ ਲਿਓ ਕਿ ਜਦੋਂ ਬੰਬੀਹਾ ਮਾਰਿਆ ਗਿਆ ਸੀਗਾ ਉਹਦੇ ਭੋਗ ਤੱਕ ਲੋਕ ਬਹੁਤ ਰੋਹ ਵਿੱਚ ਰਹੇ ਸੀ, ਲੇਕਿਨ ਭੋਗ ਪੈਂਦੇ ਹੀ ਸਾਰਾ ਕੁਝ ਭੁੱਲ ਗਏ ਸੀ। ਸਾਡੇ ਲੋਕ ਤਾਂ ਬਲੂ ਸਟਾਰ ਭੁੱਲੀ ਬੈਠੇ ਨੇ। ਇਹ ਕਿੱਡੀ ਕੁ ਚੀਜ਼ ਹੈਗੀ ਆ। ਸੋ ਇਹ ਉਦੋਂ ਤੱਕ ਹੀ ਰੋਹ ਆ ਲੋਕਾਂ ਦਾ ਪ੍ਰਚੰਡ ਜਿਹੜਾ ਰਹੇਗਾ ਜਦੋਂ ਤੱਕ ਸਿੱਧੂ ਮੂਸੇਵਾਲੇ ਦਾ ਅੰਤਿਮ ਅਰਦਾਸ ਨਹੀਂ ਹੋ ਜਾਂਦੀ। ਜਿਸ ਦਿਨ ਅੰਤਿਮ ਅਰਦਾਸ ਹੋ ਗਈ ਤੁਸੀਂ ਦੇਖਿਓ ਆਹੀ ਲੋਕ ਭੁੱਲ ਜਾਣਗੇ, ਇਹੀ ਲੋਕ ਆਪਣੇ ਹੋਰ ਕੰਮਾਂ 'ਚ ਲੱਗੇ ਹੋਣਗੇ। ਇਹ ਗੈਂਗਵਾਰ ਸੀ ਜਾਂ ਕੀ ਸੀ। ਅੱਜ ਸਰਕਾਰ ਦੀ ਮਜਬੂਰੀ ਬਣ ਗਈ ਹੈ ਕਿ ਬੰਬੀਹਾ ਗਰੁੱਪ ਦੇ ਬੰਦੇ ਫੜੇ ਜਾਣ, 5 ਬੰਦੇ, ਕਿਉਂਕਿ ਭਗਵੰਤ ਮਾਨ ਦੇ ਉੱਪਰ ਪ੍ਰੈਸ਼ਰ ਆ ਕਿ ਜੇ ਉਹਦੇ ਉੱਪਰ ਕਿਸੇ ਨੇ 21 ਪਾਈ ਆ ਤਾਂ ਉਹਨੂੰ 51 ਮੋੜਨੀ ਪੈਣੀ ਆ। ਇਹ ਸਾਰਾ ਪੋਲੀਟੀਕਲੀ ਲੋਕਾਂ ਨੂੰ ਇਹ ਦਿਖਾਉਣ ਦਾ ਵੱਲ ਚੱਲ ਰਿਹਾ, ਜ਼ੋਰ ਅਜ਼ਮਾਇਸ਼ ਚੱਲ ਰਹੀ ਆ ਕਿ ਅਸੀਂ ਕੰਮ ਕਰ ਰਹੇ ਆ। ਅਦਰਵਾਈਜ਼ ਇਹ ਲੋਕਾਂ ਦੀਆਂ ਜਾਨਾਂ ਦੇ ਨਾਲ ਖੇਡ ਕੇ ਕੁਰਸੀਆਂ ਦਾ ਰਾਜ ਹੋ ਰਿਹਾ। ਭਗਵੰਤ ਮਾਨ ਨੂੰ ਸਿੱਟਣ ਦੀ ਕੋਸ਼ਿਸ਼ ਦੇ ਵਿੱਚ ਇਹ ਕੁਝ ਕੀਤਾ ਗਿਆ, ਇਹਦੇ ਉੱਤੇ ਵੀ ਨਜ਼ਰ ਮਾਰਨ ਦੀ ਕੋਸ਼ਿਸ਼ ਹੈ, ਕਿਉਂਕਿ ਸੰਗਰੂਰ ਜ਼ਿਮਨੀ ਚੋਣ ਜਿਹੜਾ ਮੈਂ ਪਹਿਲਾਂ ਵੀ ਕਿਹਾ ਸੀ ਕਿ ਇਹ ਸਾਰਾ ਕੁਝ ਸੰਗਰੂਰ ਜ਼ਿਮਨੀ ਚੋਣ ਦੇ ਬਿਲਕੁਲ ਨੇੜੇ ਕਿਉਂ ਹੁੰਦਾ। ਔਰ ਉਹ ਗੱਲ ਮੇਰੀ ਪੁਖਤਾ ਉਦੋਂ ਹੋ ਜਾਂਦੀ ਹੈ ਜਦੋਂ ਅਮਿਤ ਸ਼ਾਹ ਚੰਡੀਗੜ੍ਹ ਆ ਕੇ ਉਹਦੇ ਪਰਿਵਾਰ ਨੂੰ ਮਿਲਦਾ ਹੈਗਾ। ਇਹ ਗੱਲ ਪੁਖਤਾ ਉਦੋਂ ਹੋ ਜਾਂਦੀ ਹੈ ਜਦੋਂ ਰਾਜਾ ਵੜਿੰਗ ਵੀ ਕਹਿ ਰਿਹਾ ਕਿ ਉਹਦੇ ਪਿਤਾ ਜੀ ਨੂੰ ਇਹ ਆਪਣਾ ਉਮੀਦਵਾਰ ਬਣਾ ਦਿੱਤਾ ਜਾਵੇ। ਔਰ ਇਹ ਗੱਲ ਪੁਖਤਾ ਉਦੋਂ ਵੀ ਹੋ ਜਾਂਦੀ ਹੈ ਜਦੋਂ ਪਰਮਿੰਦਰ ਢੀਂਡਸਾ ਕਹਿੰਦਾ ਕਿ ਜੇ ਇਸ ਤਰ੍ਹਾਂ ਦੀ ਡਿਵੈਲਪਮੈਂਟ ਹੁੰਦੀ ਆ ਤਾਂ ਸਾਡੀਆਂ ਪਾਰਟੀਆਂ ਜਿਹੜੀਆਂ ਹੈਗੀਆਂ ਨੇ ਉਹ ਵੀ ਉਹਨਾਂ ਨੂੰ ਸਪੋਰਟ ਕਰੇਗੀ, ਅਕਾਲੀ ਦਲ ਸੰਯੁਕਤ। ਸੋ ਇਹ ਗੱਲ ਆਪਾਂ ਮਾਈਨਸ ਨਹੀਂ ਕਰ ਸਕਦੇ ਕਿ ਕੀ ਸਿੱਧੂ ਮੂਸੇਵਾਲੇ ਨੂੰ ਇੱਕ ਰਾਜਨੀਤੀ ਦੀ ਭੇਂਟ ਉਹਦੀ ਜਾਨ ਚਲੀ ਗਈ ਆ। ਇੱਕ ਸ਼ਾਇਰ ਜਵਾਨ ਜੋ ਵੀ ਗਾਉਂਦਾ ਸੀ, ਪਰ ਉਹ ਘੱਟੋ ਘੱਟ ਧੀਆਂ ਭੈਣਾਂ ਦੀ ਇੱਜ਼ਤ ਦੇ ਬਾਰੇ ਜਾਂ ਉਹਨਾਂ ਬਾਰੇ ਗਲਤ ਬਿਆਨੀ ਕਰਕੇ ਨਹੀਂ ਸੀ ਗਾਉਂਦਾ। ਉਹ ਸੱਭਿਆਚਾਰ, ਰਿਲੇਸ਼ਨਸ ਦੇ ਉੱਪਰ, ਹਥਿਆਰਾਂ ਦੇ ਉੱਪਰ ਜ਼ਰੂਰ ਗਾਉਂਦਾ ਸੀ। ਉਹ ਇੱਕ ਚੀਜ਼ ਆਪਾਂ ਨੂੰ ਜਿਹੜੀ ਨਹੀਂ ਵਧੀਆ ਲੱਗਦੀ ਸੀ, ਪਰ ਇਹਦੇ ਨਾਲ ਉਹਦੀ ਜਾਨ ਚਲੇ ਜਾਣ ਦਾ ਤਾਂ ਕੋਈ ਸਬੱਬ ਨਹੀਂ ਬਣਨਾ ਚਾਹੀਦਾ ਸੀ। ਸੁਖਵਿੰਦਰ ਸਮਨ ਸਾਹਿਬ, ਆਖਰੀ ਖਬਰ ਜਿਹੜੀ ਹੈ ਸੰਗਰੂਰ ਦੀ ਉਪਚੋਣ ਦੀ ਗੱਲ ਕਰਦੇ ਹੋ। ਸੰਗਰੂਰ ਦੇ ਵਿੱਚ ਇੱਕ ਤਾਂ ਟੈਂਕੀ ਦੇ ਉੱਤੇ ਪੁਲਿਸ ਭਰਤੀ ਵਾਲੇ ਬੈਠੇ ਨੇ, ਉੱਥੇ ਵਰਗ ਨੌਜਵਾਨ ਜਿਹੜੇ ਨੇ, ਕੁੜੀਆਂ ਵੀ ਬੈਠੀਆਂ ਕਿ ਸਰਕਾਰ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਚੋਣਾਂ ਤੋਂ ਪਹਿਲਾਂ, ਸਾਡੇ ਨਾਲ ਆਪ ਆ ਕੇ ਕਹਿੰਦੇ ਟੈਂਕੀਆਂ ਤੇ ਬੈਠੇ ਸੀ ਤੇ ਹੁਣ ਪੁੱਛਦੇ ਤੱਕ ਨਹੀਂ। ਮੁੱਖ ਮੰਤਰੀ ਸਾਹਿਬ ਵੀ ਕਹਿੰਦੇ ਝਕਾਣੀ ਦੇ ਕੇ ਨਿਕਲ ਜਾਂਦੇ ਨੇ। ਜਿਹੜੇ ਬਾਕੀ ਕਰੋਨਾ ਵਲੰਟੀਅਰ ਨੇ ਉਹ ਵੀ ਧੱਕੇ ਖਾਂਦੇ ਫਿਰਦੇ ਨੇ। ਹੋਰ ਵੀ ਬੇਰੁਜ਼ਗਾਰ ਇਹੋ ਜਿਹੇ ਨੇ ਜਿਨ੍ਹਾਂ ਦੇ ਹੱਥਾਂ 'ਚ ਕਹਿੰਦੇ ਸੀ ਟਿਫਨ ਫੜਾ ਦੇਾਂਗੇ। ਇਹਨਾਂ ਮੁੱਦਿਆਂ ਨੂੰ ਅਣਗੌਲਿਆ ਐ ਕਹਿ ਲਓ ਕਿ ਕੀਤਾ ਜਾ ਰਿਹਾ ਜਿਸ ਢੰਗ ਦੇ ਨਾਲ, ਕਿਉਂਕਿ ਮੂਸੇਵਾਲਾ ਦੇ ਕਤਲ ਤੋਂ ਬਾਅਦ ਸਾਰਾ ਧਿਆਨ ਉਧਰ ਨੂੰ ਹੈ ਲੋਕਾਂ ਦਾ। ਹਾਲ ਦੀ ਘੜੀ ਕੋਈ ਨਹੀਂ ਇਹਨਾਂ ਇਸ ਪਾਸੇ ਵੱਲ ਨੂੰ, ਨਾ ਮੀਡੀਆ ਬਹੁਤਾ ਗੌਰ ਕਰ ਰਿਹਾ। ਦੇਖੋ, ਪ੍ਰੋਬਲਮ ਜੇ ਆਮ ਆਦਮੀ ਪਾਰਟੀ ਨੂੰ ਇਹ ਲੱਗ ਰਿਹਾ ਕਿ ਉਹ ਸਿੱਧੂ ਮੂਸੇਵਾਲੇ ਕਤਲ ਦੇ ਵਿੱਚੋਂ ਚੁੱਪਚਾਪ ਨਿਕਲ ਜਾਣਗੇ, ਇਹ ਤਾਂ ਪੋਸੀਬਲ ਹੋਣਾ ਨਹੀਂ, ਕਿਉਂਕਿ ਉਹ ਕੋਈ ਛੋਟਾ ਆਮ ਸਟਾਰ ਨਹੀਂ ਸੀ ਹੈਗਾ। ਔਰ ਜਦੋਂ ਚਮਕੀਲਾ ਮਾਰਿਆ ਗਿਆ ਸੀ ਉਦੋਂ ਕਮਿਊਨੀਕੇਸ਼ਨ ਲੈਵਲ ਐਡਾ ਵੱਡਾ ਨਹੀਂ ਸੀ। ਹਾਲਾਂਕਿ ਉਦੋਂ ਵੀ ਕਹਾਣੀਆਂ ਨਿਕਲ ਕੇ ਆ ਗਈਆਂ ਸੀ ਕਿ ਕਿਹੜੇ ਕਿਹੜੇ ਸਿੰਗਰ ਨੇ ਕਿਸ ਤਰੀਕੇ ਨਾਲ ਮਰਵਾਇਆ ਸੀਗਾ।
ਬੰਬਈ ਦੇ ਆਪਾਂ ਨੂੰ ਟੀ ਸੀਰੀਜ਼ ਦੇ ਮਾਲਕ ਗੁਲਸ਼ਨ ਕੁਮਾਰ ਦੀ ਹੱਤਿਆ ਕਤਲ ਜਿਹੜਾ ਹੈਗਾ ਸ਼ਰੇਆਮ ਦਿਨ ਦਿਹਾੜੇ ਗੋਲੀਆਂ ਮਾਰ ਕੇ ਮਾਰਿਆ ਗਿਆ ਸੀ, ਕਿਸ ਤਰੀਕੇ ਨਾਲ ਉਹਨਾਂ ਦੀ ਰਿਵੈਲਰੀ ਕੰਪਨੀ ਨੇ ਮਰਵਾਇਆ ਸੀ, ਇਹ ਸਾਰੀਆਂ ਚੀਜ਼ਾਂ ਲੋਕਾਂ ਦੇ ਜ਼ਿਹਨ ਵਿੱਚ ਹੈਗੀਆਂ ਨੇ। ਸੋ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਨੇ ਜਿੱਤਣ ਤੋਂ ਬਾਅਦ ਲੋਕਾਂ ਦੀ ਖਿਲਾਫਤ ਕੀਤੀ ਹੈ ਕਿ ਮੰਤਰੀਆਂ ਨੇ ਫੋਨ ਬੰਦ ਕਰ ਲਏ, ਉਹਨਾਂ ਦੇ ਪੀਏ ਸਾਹਿਬਾਨ ਨੇ ਵੀ ਫੋਨ ਬੰਦ ਕਰ ਲਏ, ਐਮਐਲਏ ਜਿਹੜੇ ਹੈਗੇ ਨੇ ਉਹ ਵੀ ਫੋਨ ਨਹੀਂ ਚੱਕ ਰਹੇ, ਉਹਨਾਂ ਦੇ ਪੀਏ ਨੇ ਉਹ ਵੀ ਫੋਨ ਨਹੀਂ ਚੱਕ ਰਹੇ। ਸੰਗਰੂਰ ਦੇ ਵਿੱਚ ਇਹ ਸ਼ਿਕਾਇਤ ਹਰ ਦੂਸਰੇ ਆਮ ਆਦਮੀ ਪ੍ਰੇਮੀ ਨੂੰ ਹੈਗੀ ਆ ਕਿ ਸਾਡੀ ਗੱਲ ਨਹੀਂ ਸੁਣੀ ਜਾ ਰਹੀ। ਹੁਣ ਉਦੋਂ ਬਾਅਦ ਜਿਹੜੇ ਸਰਪੰਚ ਹੈਗੇ ਨੇ ਉਹ ਹਲੇ ਆਮ ਆਦਮੀ ਪਾਰਟੀ ਦੇ ਆਪਣੇ ਚੁਣੇ ਹੋਏ ਨਹੀਂ, ਉਹ ਪਿਛਲੀ ਸਰਕਾਰ ਵਾਲੇ ਸਰਪੰਚ ਨੇ ਜਿਹੜੇ ਇੱਥੇ ਆ ਕੇ ਸਰਕਾਰ ਦੇ ਨਾਲ ਖੜੇ ਹੋਣ ਦਾ ਹੋਕਾ ਤਾਂ ਦਿੰਦੇ ਨੇ, ਪਰ ਇਹ ਹੁਣ ਨਤੀਜੇ ਦੱਸਣਗੇ ਕਿ ਜਿਹੜਾ ਆਮ ਆਦਮੀ ਪਾਰਟੀ ਨੇ ਕੈਂਡੀਡੇਟ ਲਿਆ ਜੋ ਕਿ ਮੈਡਮ ਭਰਾਜ ਦਾ ਪਰਛਾਵਾਂ ਸੀਗਾ, ਭਰਾਜ ਦੇ ਹਿੱਸੇ ਹੀ ਆਪਾਂ ਮੰਨ ਲਓ ਕਿ ਉਹ ਵਿਧਾਇਕ ਸੰਗਰੂਰ ਦੀ ਆ ਤੇ ਉਹਦੇ ਹੀ ਇੱਕ ਪਿਆਰੇ ਸਿਪਾ ਸਲਾਰ ਨੂੰ ਟਿਕਟ ਦੇ ਕੇ ਨਵਾਜ਼ ਦਿੱਤਾ ਗਿਆ। ਜੇਕਰ ਸਿੱਧੂ ਮੂਸੇਵਾਲੇ ਦਾ ਇਸ ਤਰ੍ਹਾਂ ਦਾ ਦਿਨ ਦਿਹਾੜੇ ਕਤਲ ਨਾ ਹੁੰਦਾ ਤਾਂ ਨਿਸ਼ਚਿਤ ਤੌਰ ਦੇ ਉੱਪਰ ਇਹ ਟਿਕਟ ਭਗਵੰਤ ਮਾਨ ਹੋਰਾਂ ਦੀ ਸਿਸਟਰ ਨੂੰ ਜਾਣੀ ਸੀ, ਕਿਉਂਕਿ ਉਹਨਾਂ ਦੇ ਜਿਹੜੇ ਕਰੀਬੀ ਦੋਸਤ ਨੇ, ਉਹ ਕੀ ਨਾਂ ਸਿੰਗਰ ਦਾ ਉਹਨਾਂ ਦਾ, ਕਰਮਜੀਤ ਅਨਮੋਲ, ਉਹ ਤਾਂ ਨਾ ਕਰ ਗਏ ਸੀ ਕਿ ਮੈਂ ਪ੍ਰੋਫੈਸ਼ਨਲੀ ਹਲੇ ਬਹੁਤ ਬਿਜ਼ੀ ਆ, ਇਹ ਕੰਮ ਨਹੀਂ ਕਰਾਂ। ਜਿਸ ਤਰੀਕੇ ਨਾਲ ਭਗਵੰਤ ਮਾਨ ਦੀ ਭੈਣ ਨੂੰ ਸੁਰੱਖਿਆ ਦਿੱਤੀ ਗਈ, ਵਧਾਈ ਗਈ, ਉੱਥੋਂ ਲੱਗ ਰਿਹਾ ਸੀ ਕਿ ਇਹਨਾਂ ਨੂੰ ਟਿਕਟ ਜਾਣੀ ਤੈਅ ਹੈ। ਪਰ ਜਦੋਂ ਹਾਲਾਤ ਬਦਲ ਗਏ, ਹੁਣ ਟਿਕਟ ਐਸੇ ਬੰਦੇ ਨੂੰ ਦੇਤੀ ਜਿਹੜਾ ਗੁਮਨਾਮ ਦਾ ਵਾਸੀ ਆ, ਉਹਨੂੰ ਸਾਰਾ ਜ਼ਿਲ੍ਹਾ ਹੀ ਨਹੀਂ ਜਾਣਦਾ ਹੈਗਾ। ਔਰ ਜਿਸ ਤਰੀਕੇ ਨਾਲ ਹੁਣ ਕਾਂਗਰਸ ਨੇ ਗੋਲਡੀ ਨੂੰ ਟਿਕਟ ਦੇਤੀ ਆ, ਗੋਲਡੀ ਦਾ ਵੀ ਉਹੀ ਹਾਲ ਆ, ਉਹ ਧੂਰੀ ਵਿੱਚ ਬਹੁਤ ਫੇਮਸ ਆ, ਪਰ ਧੂਰੀ ਤੋਂ ਸੰਗਰੂਰ ਆਉਂਦੇ ਆਉਂਦੇ ਉਹਦੀ ਜਿਹੜੀ ਫੈਮਿਲਿਅਰਿਟੀ ਹੈਗੀ ਆ ਲੋਕਾਂ ਨਾਲ ਉਹ ਹੈ ਨਹੀਂ ਗੀ। ਸੋ ਮੈਂ ਉਹ ਕਹਿ ਰਿਹਾ ਕਿ ਸਾਰੀਆਂ ਪਾਰਟੀਆਂ ਵਿੱਚ ਵੀ ਹਾਲਾਤ ਇਹੋ ਜਿਹੇ ਨੇ। ਉਹ ਵੱਡੇ ਸਿਆਸੀ ਨੇਤਾ ਜਿਹੜੇ ਸੀਗੇ, ਕੇਵਲ ਢਿੱਲੋਂ ਉਧਰ ਭਾਜਪਾ ਜਾ ਵੜਿਆ, ਉਹ ਹੁਣ ਕਦੇ ਭਾਜਪਾ ਤੋਂ ਚੋਣ ਲੜੇਗਾ, ਤੇ ਮੈਨੂੰ ਨਹੀਂ ਸਮਝ ਆ ਰਹੀ ਕਿ ਭਾਜਪਾ ਤੋਂ ਜਿਹੜਾ ਬੰਦਾ ਆਪਣੀ ਵਿਧਾਨ ਸਭਾ ਦੇ ਵਿੱਚ ਜ਼ਮਾਨਤ ਨਹੀਂ ਬਚਾ ਸਕਿਆ ਉਹ ਐਮਪੀ ਦੀ ਚੋਣ ਲੜੇਗਾ। ਐਮਪੀ ਦੀ ਚੋਣ ਜੇ ਕਾਂਗਰਸ ਦੇ ਵਿੱਚ ਕੋਈ ਨੇਤਾ ਲੜ ਸਕਦਾ ਸੀ ਤਾਂ ਉਹ ਪਿਛਲੇ ਵਿਧਾਇਕ ਸੰਗਰੂਰ ਤੋਂ ਸੀ, ਜਿਹੜੇ ਮੰਤਰੀ ਸਾਹਿਬ ਆਪਣੇ, ਪਰ ਉਹ ਦੂਰ ਨੇ, ਉਹ ਕਹਿੰਦੇ ਮਨਾ ਕਰ ਗਏ, ਮੈਂ ਟਿਕਟ ਤੋਂ ਨਹੀਂ ਲੜਨਾ। ਸੋ ਕਾਂਗਰਸ ਵੀ ਚਾਹ ਰਹੀ ਸੀ ਕਿ ਸਿੱਧੂ ਮੂਸੇਵਾਲੇ ਦੇ ਪਰਿਵਾਰ ਨੂੰ ਖੜਾ ਕਰ ਦਿੱਤਾ ਜਾਵੇ। ਔਰ ਦੂਸਰੇ ਪਾਸੇ ਸਿਮਰਨਜੀਤ ਮਾਨ ਨੇ, ਉਹਨਾਂ ਨੂੰ ਲੱਗਦਾ ਸੀ ਕਿ ਪੰਥਕ ਪਾਰਟੀਆਂ ਮੇਰਾ ਸਾਥ ਦੇਣਗੀਆਂ, ਤਾਂ ਪੰਥਕ ਪਾਰਟੀਆਂ ਨੇ ਉਧਰ ਰਾਜੋਆਣਾ ਦੀ ਸਿਸਟਰ ਨੂੰ ਸਪੋਰਟ ਕਰਨ ਦੀ ਗੱਲ ਦਿਖ ਰਹੀ ਹੈਗੀ ਆ। ਸੋ ਉਹ ਆਪਣੇ ਆਪ ਦੇ ਵਿੱਚ ਟਕਰਾਓ 1 - 1 0 ਹੋ ਜਾਣਗੇ। ਸੋ ਗੱਲ ਮੁੱਕਦੀ ਜਿਹੜੀ ਖੜੂਗੀ ਆ ਕੇ, ਉਹ ਮਲੇਰਕੋਟਲਾ ਦੀ ਵੋਟਰ ਦੇ ਉੱਪਰ ਖੜੇਗੀ, ਜਿੱਥੇ ਸਾਡਾ ਮੁਸਲਿਮ ਭਾਈਚਾਰਾ ਬਹੁਤ ਮਜ਼ਬੂਤ ਹੈਗਾ। ਉਹ 1 - 1.25 ਲੱਖ ਵੋਟ ਜਿਹੜੇ ਪਾਸੇ ਭੁਗਤ ਗਈ ਸੁਖਵਿੰਦਰ, ਉਹ ਬੰਦਾ ਜਿੱਤਦਾ ਆਇਆ ਤੇ ਉਹੀ ਬੰਦਾ ਜਿੱਤੂਗਾ। ਜੀ ਧੰਨਵਾਦ ਸਮਦ ਸਾਹਿਬ, ਬਹੁਤ ਸ਼ੁਕਰੀਆ, ਤੁਸੀਂ ਸਾਨੂੰ ਯਾਦ ਕੀਤਾ। ਤੋ ਮੇਰੇ ਨਾਲ ਮੌਜੂਦ ਸਰ ਪੰਜਾਬਨਾਮਾ ਦੇ ਸੰਪਾਦਕ ਤੇ ਸੀਨੀਅਰ ਪੱਤਰਕਾਰ ਗੁਰਵਿੰਦਰ ਸਿੰਘ ਸਮਦ। ਵੱਡੀਆਂ ਖਬਰਾਂ ਉੱਤੇ ਚਰਚਾ ਕੀਤੀ ਹੈ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।